हेलो एवरीवन, वेलकम टू ऑल। एज यू ऑल नो कि ਅਸੀਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਹਾਂ ਤੇ ਪੀਐਸ ਟੈਟ ਦੀ ਤਿਆਰੀ ਦੇ ਵਿੱਚ ਆਪਾਂ ਨੇ ਆਪਣੇ ਸਿਵਿਕਸ ਪੋਰਸ਼ਨ ਦੇ ਕਾਫੀ ਸਾਰੇ ਟੌਪਿਕ ਨੇ ਜੋ ਕਰ ਲਏ ਨੇ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਡਾਇਵਰਸਿਟੀ ਦੀ, ਆਪਾਂ ਨੇ ਡਾਇਵਰਸਿਟੀ ਤੋਂ ਸ਼ੁਰੂਆਤ ਕੀਤੀ ਸੀਗੀ। ਗਵਰਨਮੈਂਟ ਆਪਾਂ ਨੇ ਕਰ ਲਿਆ ਹੈ, ਲੋਕਲ ਗਵਰਨਮੈਂਟ ਕਰ ਲਿਆ ਹੈ, ਮੇਕਿੰਗ ਅ ਲਿਵਿੰਗ ਕਰ ਲਿਆ ਹੈ, ਡੈਮੋਕ੍ਰੇਸੀ ਕਰ ਲਿਆ ਹੈ। ਇਸ ਤੋਂ ਬਾਅਦ ਆਪਣੀ ਵਾਰੀ ਆਉਣੀ ਹੈ ਸਟੇਟ ਗਵਰਨਮੈਂਟ ਦੀ। ਅੱਜ ਜੋ ਆਪਣੇ ਟੌਪਿਕ ਡਿਸਕਸ ਕਰਨਾ ਹੈ ਉਹ ਹੈਗਾ ਹੈ ਸਟੇਟ ਗਵਰਨਮੈਂਟ, ਅੰਡਰਸਟੈਂਡਿੰਗ ਮੀਡੀਆ, ਅਨਪੈਕਿੰਗ ਜੈਂਡਰ, ਕੌਨਸਟੀਟਿਊਸ਼ਨ, ਪਾਰਲੀਮੈਂਟਰੀ ਸਿਸਟਮ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ मैंने ਇਹ ਟੌਪਿਕ ਕਿਉਂ ਲਿਖੇ ਨੇ, ਕਿਉਂਕਿ ਆਪਾਂ ਇੱਕ ਵਾਰ ਪਹਿਲਾਂ ਆਲਰੇਡੀ ਡਿਸਕਸ਼ਨ ਕਰ ਚੁੱਕੇ ਹਾਂ। ਐਕਚੁਅਲ ਦੇ ਵਿੱਚ ਗਾਇਜ਼ ਇਹ ਗੱਲ ਇਹ ਹੈ ਕਿ ਸਟੇਟ ਗਵਰਨਮੈਂਟ ਔਰ ਪਾਰਲੀਮੈਂਟਰੀ ਗਵਰਨਮੈਂਟ ਐਕਚੁਅਲ ਦੇ ਵਿੱਚ ਦੋਨੋਂ ਇੱਕੋ ਹੀ ਚੀਜ਼ ਆ, ਬਟ ਇੱਕ ਚੀਜ਼ ਨਹੀਂ ਹੈਗੀ। ਮਤਲਬ ਇੱਕ ਚੀਜ਼ ਵੀ ਇੱਕ ਚੀਜ਼ ਨਹੀਂ ਵੀ ਹੈਗੀ। ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨੂੰ ਸਮਝਣਾ ਪਊਗਾ। ਅਗਰ ਮੈਂ ਗੱਲ ਕਰ ਰਿਹਾ ਪਾਰਲੀਮੈਂਟਰੀ ਗਵਰਨਮੈਂਟ ਦੀ, ਇਹ ਹੁੰਦੀ ਹੈ ਗਾਇਜ਼ ਇੰਡੀਆ ਲੈਵਲ ਦੀ ਗਵਰਨਮੈਂਟ, ਸਾਡੀ ਇੰਡੀਅਨ ਗਵਰਨਮੈਂਟ। ਅਗਰ ਮੈਂ ਗੱਲ ਕਰ ਰਿਹਾ ਸਟੇਟ ਗਵਰਨਮੈਂਟ ਦੀ, ਇਹ ਹੁੰਦੀ ਆ ਸਾਡੀ ਸਟੇਟ ਦੀ ਗਵਰਨਮੈਂਟ, ਜਿਵੇਂ ਕਿ ਪੰਜਾਬ ਹੋ ਗਿਆ। ਠੀਕ ਹੈ, ਦੋ ਤਰ੍ਹਾਂ ਦੀ ਗਵਰਨਮੈਂਟ ਹੋ ਗਈ। ਬਟ ਜਦੋਂ ਆਪਾਂ ਕਰਾਂਗੇ, ਜਦੋਂ ਆਪਾਂ ਸਮਝਾਂਗੇ ਤਾਂ ਦੋਨੋਂ ਟੌਪਿਕ ਆਪਾਂ ਇੱਕ ਹੀ ਚੀਜ਼ 'ਚ ਕਰਾਂਗੇ। ਤੁਹਾਨੂੰ ਮੈਂ ਸਮਝਾਉਂਗਾ ਸਟੇਟ ਗਵਰਨਮੈਂਟ, ਨਾਲ ਨਾਲ ਆਪਾਂ ਚੱਲਾਂਗੇ ਪਾਰਲੀਮੈਂਟਰੀ ਗਵਰਨਮੈਂਟ ਦੇ ਵਿੱਚ। ਮਤਲਬ ਕਿ ਦੋਨੋਂ ਚੀਜ਼ਾਂ ਆਪਾਂ ਨਾਲ ਨਾਲ ਕੈਰੀ ਕਰਾਂਗੇ। ਜਿਵੇਂ ਜਿਵੇਂ ਆਪਾਂ ਟੌਪਿਕ ਦੇ ਵਿੱਚ ਅੱਗੇ ਵਧਾਂਗੇ ਤੁਹਾਨੂੰ ਆਟੋਮੈਟਿਕਲੀ ਆਪਣੇ ਆਪ ਤੁਹਾਨੂੰ ਸਮਝ ਆਉਂਦਾ ਜਾਊਗਾ। ਠੀਕ ਹੈ, ਸੋ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਸਟੇਟ ਗਵਰਨਮੈਂਟ ਦੀ ਐਜ਼ ਵੈਲ ਐਜ਼ ਪਾਰਲੀਮੈਂਟਰੀ ਗਵਰਨਮੈਂਟ ਦੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦੋ ਚੀਜ਼ਾਂ ਸਮਝਣੀਆਂ ਪੈਣਗੀਆਂ। ਪਹਿਲੀ ਚੀਜ਼ ਇਹ ਕਿ ਫੈਡਰਲ ਸਿਸਟਮ ਕੀ ਹੁੰਦਾ ਹੈ, ਫੈਡਰਲ ਕੀ ਹੁੰਦਾ ਹੈ ਜਾਂ ਫੈਡਰਲਿਜ਼ਮ ਕੀ ਹੁੰਦਾ ਹੈ। ਅੱਛਾ, ਹੁਣ ਮੈਂ ਤੁਹਾਨੂੰ ਇੱਥੇ ਫੇਰ ਦੱਸ ਦਵਾਂ, ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ। ਫੈਡਰਲਿਜ਼ਮ ਤੁਹਾਡਾ NCERT 10th ਕਲਾਸ ਦਾ ਟੌਪਿਕ, ਜਿੱਥੋਂ ਆਪਾਂ ਨੇ ਅੱਜ ਦੇ ਆਪਣੇ ਟੌਪਿਕ ਦੀ ਸ਼ੁਰੂਆਤ ਕੀਤੀ ਆ। ਮੈਂ ਫਿਰ ਤੋਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ 6th ਕਲਾਸ ਤੋਂ ਲੈ ਕੇ 10th ਕਲਾਸ ਤੱਕ ਦੀ ਜਿਹੜੀ NCERT ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਹਦੀ ਰੀਡਿੰਗ ਲਵੋ, ਉਹਨੂੰ ਪੜ੍ਹੋ। ਈਵਨ ਕਿ 6th ਕਲਾਸ ਤੋਂ ਲੈ ਕੇ 12th ਕਲਾਸ ਦੀ ਪੋਲੀਟੀਕਲ ਸਾਇੰਸ +1 +2 ਕਲਾਸ ਦੀ ਪੋਲੀਟੀਕਲ ਸਾਇੰਸ ਵੈਰੀ ਇੰਪੋਰਟੈਂਟ। ਤੁਹਾਡੇ ਤੇ ਆ, ਤੁਸੀਂ ਪੜ੍ਹ ਰਹੇ ਹੋ, ਤੁਸੀਂ ਜਸਟ ਟੌਪਿਕ ਡਿਸਕਸ ਕਰ ਰਹੇ ਹੋ, ਤੁਸੀਂ ਜਸਟ ਟੌਪਿਕ ਇਹ ਵਾਲੇ ਪੜ੍ਹਨੇ ਨੇ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਦੇਖੋ। ਠੀਕ ਹੈ, ਸੋ ਫੈਡਰਲਿਜ਼ਮ। ਦੂਸਰੀ ਆਪਾਂ ਨੂੰ ਡਿਸਕਸ਼ਨ ਕਰਨੀ ਪਊਗੀ ਪਾਰਲੀਮੈਂਟ ਦੀ। ਪਾਰਲੀਮੈਂਟ ਹੁੰਦੀ ਕੀ ਆ? ਠੀਕ ਹੈ, ਇਹ ਦੋ ਚੀਜ਼ਾਂ ਦੀ ਆਪਾਂ ਨੇ ਡਿਸਕਸ਼ਨ ਕਰਨੀ ਹੈ, ਦੋ ਚੀਜ਼ਾਂ ਬਾਰੇ ਆਪਾਂ ਨੇ ਪੜ੍ਹਨਾ ਹੈ। ਹੌਲੀ ਹੌਲੀ ਫਿਰ ਆਪਾਂ ਇਹਨੂੰ ਅੱਗੇ ਵਧਾਉਂਦੇ ਜਾਵਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਗੱਲ ਕਰਨੀ ਆ ਫੈਡਰਲਿਜ਼ਮ ਦੀ। when the power is divided between two or more levels, ਜਦੋਂ ਅਸੀਂ ਪਾਵਰ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਲੈਵਲਸ ਦੇ ਵਿੱਚ ਡਿਵਾਈਡ ਕਰ ਦਿੰਨੇ ਆ, ਉਸ ਚੀਜ਼ ਨੂੰ ਅਸੀਂ ਕਹਿੰਦੇ ਆ ਫੈਡਰਲਿਜ਼ਮ। ਜਦੋਂ ਅਸੀਂ ਪਾਵਰ ਨੂੰ ਦੋ ਜਾਂ ਫਿਰ ਦੋ ਤੋਂ ਜ਼ਿਆਦਾ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਨੇ ਆ ਤਾਂ ਉਸ ਪਾਵਰ ਦੀ ਜਿਹੜੀ ਡਿਵੀਜ਼ਨ ਹੋਈ ਆ, ਉਸ ਡਿਵੀਜ਼ਨ ਨੂੰ ਅਸੀਂ ਕਹਿੰਦੇ ਆ ਫੈਡਰਲਿਜ਼ਮ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਰਹੀ ਹੈ ਨੈਸ਼ਨਲ ਗਵਰਨਮੈਂਟ, ਇੰਡੀਆ ਲੈਵਲ ਦੀ ਗਵਰਨਮੈਂਟ। ਉਸ ਤੋਂ ਬਾਅਦ ਤੁਹਾਡੇ ਕੋਲੇ ਆ ਰਹੀ ਹੈ ਸਟੇਟ ਗਵਰਨਮੈਂਟ। ਮਤਲਬ ਕਿ ਪਹਿਲਾਂ ਜਿਹੜੀ ਆਪਾਂ ਨੇ ਡਿਵੀਜ਼ਨ ਕੀਤੀ ਆ ਪਾਵਰ ਦੀ, ਪਹਿਲਾਂ ਪਾਵਰ ਕਿਹਦੇ ਕੋਲੇ ਆ? ਨੈਸ਼ਨਲ ਕੋਲੇ ਆ, ਨੈਸ਼ਨ ਕੋਲੇ ਪਾਵਰ ਆ। ਇਸ ਤੋਂ ਬਾਅਦ ਪਾਵਰ ਕਿਹਦੇ ਕੋਲੇ ਆ? ਸਟੇਟ ਕੋਲੇ ਪਾਵਰ ਆ। ਆਪਾਂ ਨੇ ਸਟੇਟ ਦੀ ਡਿਵੀਜ਼ਨ ਕੀਤੀ ਆ। ਇਸ ਤੋਂ ਬਾਅਦ ਆਪਾਂ ਨੇ ਪਹਿਲਾਂ ਆਲਰੇਡੀ ਕਰ ਚੁੱਕੇ ਆ ਲੋਕਲ ਗਵਰਨਮੈਂਟ। ਲੋਕਲ ਗਵਰਨਮੈਂਟ ਅੱਗੇ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਆ। ਪਿੰਡਾਂ ਦੀ ਗਵਰਨਮੈਂਟ ਆ ਜਾਂਦੀ ਹੈ, ਇਹਦੇ ਵਿੱਚ ਸ਼ਹਿਰਾਂ ਦੀ ਗਵਰਨਮੈਂਟ ਆ ਜਾਂਦੀ ਹੈ, ਅਰਬਨ ਗਵਰਨਮੈਂਟ ਆ ਜਾਂਦੀ ਹੈ, ਰੂਰਲ ਗਵਰਨਮੈਂਟ ਆ ਜਾਂਦੀ ਹੈ। ਸੋ when the power is divided between two or more levels, ਸਾਡੇ ਇੰਡੀਆ ਦੇ ਵਿੱਚ ਜਿਹੜੀ ਪਾਵਰ ਡਿਵਾਈਡ ਆ ਉਹ 3 ਲੈਵਲਸ ਦੇ ਵਿੱਚ ਡਿਵਾਈਡ ਆ, 3 ਲੈਵਲ ਆਫ ਗਵਰਨਮੈਂਟ ਦੇ ਵਿੱਚ ਡਿਵਾਈਡ ਆ। ਇਸ ਡਿਵੀਜ਼ਨ ਨੂੰ ਅਸੀਂ ਫੈਡਰਲਿਜ਼ਮ ਕਹਿੰਦੇ ਆ। ਅੰਡਰਸਟੈਂਡ? ਹੁਣ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਰਹੇ ਹੋ ਕਿ ਯੂਨੀਅਨ ਟੈਰੀਟਰੀਜ਼ ਦੇ ਵਿੱਚ ਵੀ ਆਪਣੀ ਪਾਵਰ ਡਿਵਾਈਡ ਹੋਈ ਆ, ਸਟੇਟਸ ਦੇ ਵਿੱਚ ਵੀ ਆਪਣੀ ਪਾਵਰ ਡਿਵਾਈਡ ਹੋਈ ਆ, ਨੈਸ਼ਨਲ ਲੈਵਲ ਤੇ ਆਪਣੀ ਪਾਵਰ ਡਿਵਾਈਡ ਹੋਈ ਆ। ਨੈਸ਼ਨਲ ਲੈਵਲ ਦੀ ਆਪਣੇ ਕੋਲੇ ਸਰਕਾਰ ਆ, 28 ਸਟੇਟਸ ਨੇ ਤਾਂ 28 ਸਰਕਾਰਾਂ ਸਟੇਟ ਲੈਵਲ ਦੀਆਂ ਹੋ ਗਈਆਂ। ਉਸ ਤੋਂ ਬਾਅਦ ਯੂਟੀਜ਼ ਦੀ ਗੱਲ ਕਰੀਏ, ਯੂਟੀਜ਼ ਦੇ ਵਿੱਚ ਆਪਣੇ ਕੋਲੇ ਸਰਕਾਰਾਂ ਆਉਂਦੀਆਂ ਨੇ। ਦਿੱਲੀ ਦੀ ਸਰਕਾਰ ਆਪਣੇ ਕੋਲੇ ਬਣੀ ਹੋਈ ਆ, ਪੁਡੂਚੇਰੀ ਦੀ ਸਰਕਾਰ ਆਪਣੇ ਕੋਲੇ ਬਣੀ ਹੋਈ ਆ, ਹੈ ਨਾ। ਤਾਂ ਅਲੱਗ-ਅਲੱਗ ਲੈਵਲ ਦੀ ਜਿਹੜੀਆਂ ਸਰਕਾਰਾਂ ਬਣੀਆਂ ਹੋਈਆਂ ਨੇ, क्योंकि अपने पार्लियामेंट्री सिस्टम ते स्टेट गवर्नमेंट, पार्लियामेंट्री गवर्नमेंट और स्टेट गवर्नमेंट ये दोनों को अपने नाल नाल चकना है। तो जरूरी है कि अपन समझना चाहिए कि पार्लीमेंट हुंदी की है।
व्हाट यू मीन बाय पार्लीमेंट। हुण पार्लीमेंट दे विच अक्सर सवाल पूछे जांदा कि पार्लीमेंट दे विच भाई किहड़ियां दो चीज़ां आउंदियां ने, किहड़ियां तीन चीज़ां आउंदियां ने, या पार्लीमेंट दे विच की आउंदा है ना, अक्सर ये वाला सवाल पूछा जाता है। तो उस सवाल का जवाब यह है कि अच्छा तुसीं ना अक्सर या पढ़िया होगा, ईवन कि पढ़ा रहे होवोगे, मतलब ये चीज़ की नॉलेज है जिहड़ी, या ये चीज़ बहुत घट दसी जाती है। साडे कोले जिहड़ा पार्लीमेंट आ वो 3 पार्ट्स दे विच डिवाइड आ। ਉਹਦੇ ਵਿੱਚ ਪਹਿਲਾਂ ਸਾਡੇ ਕੋਲੇ ਹੁੰਦਾ ਹੈ ਲੋਕ ਸਭਾ, ਪਹਿਲਾਂ ਸਾਡੇ ਕੋਲੇ ਹੁੰਦਾ ਹੈ ਲੋਕ ਸਭਾ, ਉਸ ਤੋਂ ਬਾਅਦ ਸਾਡੇ ਕੋਲੇ ਹੁੰਦੀ ਹੈ ਰਾਜ ਸਭਾ। ਪਹਿਲਾਂ ਸਾਡੇ ਕੋਲੇ ਹੁੰਦਾ ਹੈ ਲੋਕ ਸਭਾ, ਉਸ ਤੋਂ ਬਾਅਦ ਸਾਡੇ ਕੋਲੇ ਹੁੰਦੀ ਆ ਰਾਜ ਸਭਾ, ਇਸ ਤੋਂ ਬਾਅਦ ਸਾਡੇ ਕੋਲੇ ਆ ਰਿਹਾ ਹੈ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਗਾਇਜ਼ ਇੰਟੈਗਰਲ ਪਾਰਟ ਹੁੰਦਾ ਹੈ, ਇੰਟੈਗਰਲ ਪਾर्ट ऑफ दी पार्लीमेंट। जिहड़ा पार्लीमेंट आ वो 3 पार्ट्स दा हुंदा है, एक साडे कोले लोक सभा हुंदी आ, एक साडे कोले राज्य सभा हुंदी आ, एक साडे कोले प्रेजिडेंट हुंदा है। प्रेजिडेंट नूं असीं एज इंटैगरल पार्ट पार्लीमेंट दा ही पार्ट मनदे आ। किवें आपां हुणे छोटी जी डिस्कशन कर लैंदे आ। कहने का मतलब अज तक सानू या तो लोक सभा ते राज्य सभा ही है जिहड़ी ओह दस्सी गई है कि भाई पार्लीमेंट दे विच 2 चीज़ां होंदियां ने, एक लोक सभा होंदी है, एक राज्य सभा होंदी है। बट गाइज प्रेजिडेंट भी हुंदा है, प्रेजिडेंट इज आल्सो पार्ट ऑफ पार्लीमेंट। ठीक है, हुण कोई भी बिल नूं लॉ बनाउणा होवे, कोई भी बिल नूं लॉ बनाउणा होवे, किसी भी बिल नूं असीं कानून बनाउणा होवे तां दोनां दे विचों किसी भी एक हाउस दे विच ओह वाला बिल इंट्रोड्यूस हुंदा है। दोनों दे विचों किसी भी एक हाउस दे विच वो रिलेटेड बिल आ जिहड़ा वो इंट्रोड्यूस हुंदा है। फॉर एग्जाम्पल अपने लोक सभा दे विच बिल नूं इंट्रोड्यूस करता, ठीक है, तो जदों लोक सभा ने उस बिल नूं पास करता उस तो बाद वो बिल कित्थे पहुंचिया राज्य सभा कोले। जदों राज्य सभा भी उस बिल नूं पास कर दूगी उस तो बाद वो कित्थे पहुंचूगा प्रेजिडेंट कोले। जदों प्रेजिडेंट दे साइन हो जाणगे उदों चीज़ बनूगी लॉ, उदों चीज़ बनूगी, उदों बिल बनूगा कानून। तो हुण तुसीं खुद दस दो कि की प्रेजिडेंट दे साइन तो बिना, की प्रेजिडेंट दी अप्रूवल तो बिना, नो डाउट इहदे च आपां इह डिबेट नहीं कर सकते कि प्रेजिडेंट नूं साइन करने ही पैणगे जी, चाहे वो 14 दिनों बाद करे, चाहे वो 28 दिनों बाद करे, प्रेजिडेंट नूं तो साइन करने ही पैंदे ने, वो अलग मैटर आ। प्रेजिडेंट नूं साइन करने पैंदे ने, वो एक अलग मैटर आ। बट सवाल इत्थे यह आ कि की प्रेजिडेंट दे साइन तो बिना जिहड़ा असीं आ बिल इत्थे पेश कर रहे हैं लोक सभा या राज्य सभा दे विच, की यह बिल लॉ बन जूगा? अगर यह बिल लॉ बन जूगा तो आप कह सकते हैं कि प्रेजिडेंट पार्लीमेंट का हिस्सा नहीं हैगा, प्रेजिडेंट पार्लीमेंट का पार्ट नहीं हैगा। बट इत्थे प्रेजिडेंट आ जिहड़ा इज एन इंटैगरल पार्ट ऑफ द पार्लीमेंट, प्रेजिडेंट पार्लीमेंट का हिस्सा है। ओके, तो हुण आपां ने अगे थोड़ी जी डिस्कशन करनी आ कि लोक सभा की हुंदी आ, किवें बनदी आ, राज्य सभा की हुंदी आ, किवें बनदी आ, ये सारी आपां डिस्कशन करांगे। ठीक है, सो आपां शुरुआत करते हैं। अज दा जिहड़ा गाइस लेक्चर आ बहुत बहुत ही ज़्यादा इंपोर्टेंट रहने वाला है। ईवन के पॉलिटिकल साइंस के तुहाडे जिन्ने लेक्चर ने सारे ही इंपोर्टेंट रहने वाले ने। तो अक्सर ये वाली शिकायत रहिंदी है कि सर पॉलिटिकल साइंस थोड़ी घट समझ आउंदी है, तुहानूं अक्सर ये शिकायत रहिंदी है कि सर पॉलिटिकल साइंस आ जिहड़ी, मैं खुद तुहानूं ये गल कह रहा कि पॉलिटिकल साइंस थोड़ी टैक्नीकल आ, थोड़ी मैथ वर्गी आ, समझ आ गई तो बहुत वधिया समझ आऊगी, नहीं समझ आई तो समझ नहीं आउंदी कि तुसीं किन्ना मर्जी समझ लो। सो बहुत ठंडे दिमाग दे नाल आराम नाल बैठो, नोट्स अपने नोटबुक चक्को, पेन चक्को तो लिखना शुरू करो। जो जो समझा रहे हैं, जिमें जिमें तुहानूं समझ आ रहे हैं, नोट करते जाओ। अज का जो लैक्चर आ बहुत इंपोर्टेंट रहने वाला है तुहाडे वास्ते। ठीक है, आप शुरुआत करते हैं। सब तो पहला तुहानूं मैं 3 चीज़ां दस दवां। एक हुंदी है लोक सभा, बहुत ध्यान नाल गाइस तुहानूं इहनूं समझना है। एक हुंदी है लोक सभा, एक हुंदी है राज्य सभा, एक हुंदी आ विधान सभा। ठीक है, एक हुंदी आ लोक सभा, एक हुंदी आ राज्य सभा, एक हुंदी आ विधान सभा। हुण फिर तुहाडा सवाल आ सकदा कि सर आह वालियां 2 चीज़ां तां आ गईयां पार्लीमेंट दे अंडर,
ਆਹ ਵਾਲੀਆਂ ਦੋ ਚੀਜ਼ਾਂ ਦਾ ਆ ਗਈਆਂ ਪਾਰਲੀਮੈਂਟ ਦੇ ਅੰਡਰ। ਆ ਵਿਧਾਨ ਸਭਾ ਤੁਸੀਂ ਕਿੱਥੋਂ ਇੰਟਰੋਡਿਊਸ ਕਰਤੀ, ਆ ਵਿਧਾਨ ਸਭਾ ਕਿੱਥੋਂ ਆ ਗਈ? ਐਕਚੁਅਲ ਦੇ ਵਿੱਚ ਗਾਇਜ਼ ਜਿਹੜੀ ਨਾ ਲੋਕ ਸਭਾ ਪੂਰੇ ਨੇਸ਼ਨ ਲੈਵਲ ਦੀ ਹੁੰਦੀ ਆ, ਪੂਰੇ ਨੇਸ਼ਨ ਲੈਵਲ ਦੇ ਉੱਪਰ ਆਪਣੇ ਕੋਲੇ ਜਿਹੜੀ ਲੋਕ ਸਭਾ ਆਉਂਦੀ ਆ, ਬਿਲਕੁਲ ਉਸੇ ਤਰਜ਼ ਦੇ ਉੱਪਰ ਬਿਲਕੁਲ ਸੇਮ ਪ੍ਰੋਸੈਸ ਆ ਛੋਟੇ ਲੈਵਲ ਦੇ ਉੱਪਰ ਸਟੇਟ ਗਵਰਨਮੈਂਟ ਜਿਹੜੀ ਬਣਦੀ ਆ ਉਹਨੂੰ ਅਸੀਂ ਵਿਧਾਨ ਸਭਾ ਕਹਿੰਦੇ ਆ। ਸਟੇਟ ਗਵਰਨਮੈਂਟ ਜਿਹੜੀ ਬਣਦੀ ਆ, ਫੋਰ ਐਗਜ਼ਾਮਪਲ ਅਗਰ ਆਪਾਂ ਇੱਥੇ ਗੱਲ ਕਰੀਏ, ਇੱਥੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਐਮਪੀ ਦੇ ਇਲੈਕਸ਼ਨ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ। ਇੱਥੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਐਮਐਲਏ ਦੇ ਇਲੈਕਸ਼ਨ ਹੁੰਦੇ ਨੇ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਉਹ ਅਸੈਂਬਲੀ ਇਲੈਕਸ਼ਨ ਹੁੰਦੇ ਨੇ। ਇੱਥੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹ ਐਮਪੀ ਦੇ ਇਲੈਕਸ਼ਨ ਹੁੰਦੇ ਨੇ, ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ, ਮੈਂਬਰ ਆਫ ਲੋਕ ਸਭਾ। ਇੱਥੇ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਹ ਐਮਐਲਏ ਦੇ ਇਲੈਕਸ਼ਨ ਹੋ ਰਹੇ ਨੇ। ਅੰਡਰਸਟੈਂਡ? ਇਹ ਦੋ ਚੀਜ਼ਾਂ ਸਮਝ ਗਏ ਤੁਸੀਂ? ਜੋ ਚੀਜ਼ ਤੁਹਾਨੂੰ ਇੱਥੇ ਲੋਕ ਸਭਾ ਦੇ ਵਿੱਚ ਆਪਾਂ ਕਰਾਂਗੇ, ਸੇਮ ਡਿਟੋ ਚੀਜ਼ ਸਾਨੂੰ ਵਿਧਾਨ ਸਭਾ ਦੇ ਵਿੱਚ ਉਸੇ ਤਰਜ਼ ਦੇ ਉੱਪਰ ਕੀਤੀ ਜਾਂਦੀ ਹੈ। ਬਿਲਕੁਲ ਡਿਟੋ ਹੀ ਪ੍ਰੋਸੈਸ ਆ। ਲੋਕ ਅਲੱਗ ਹੋਣਗੇ, ਪੋਸਟ ਅਲੱਗ ਹੋਊਗੀ, ਲੈਵਲ ਅਲੱਗ ਹੋਊਗਾ, ਲੈਵਲ ਵੱਡਾ ਛੋਟਾ ਹੋਊਗਾ, ਪਾਵਰਸ ਅਲੱਗ ਹੋਣਗੀਆਂ। ਉੱਥੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ, ਇੱਥੇ ਸਟੇਟ ਦਾ ਮੁੱਖ ਮੰਤਰੀ ਬਣੂਗਾ। ਸਾਰਾ ਕੁਝ ਅਲੱਗ-ਅਲੱਗ ਹੋਊਗਾ, ਸਾਰਾ ਕੁਝ ਅਲੱਗ-ਅਲੱਗ ਹੋਊਗਾ, ਬਟ ਜਿਹੜਾ ਪ੍ਰੋਸੈਸ ਬਿਲਕੁਲ ਸੇਮ ਹੋਊਗਾ। ਪ੍ਰੋਸੈਸ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਹੈਗਾ। ਹੁਣ ਆਪਾਂ ਨੂੰ ਪ੍ਰੋਸੈਸ ਸਮਝਣਾ ਹੈ। ਪ੍ਰੋਸੈਸ ਸਮਝਣ ਵਾਸਤੇ ਜ਼ਰੂਰੀ ਆ ਕਿ ਪਹਿਲਾਂ ਆਪਾਂ ਆਹ ਵਾਲਾ ਪ੍ਰੋਸੈਸ ਸਮਝੀਏ, ਕਿਉਂਕਿ ਆਪਾਂ ਇਹਦੇ ਜ਼ਿਆਦਾ ਯੂਜ਼ ਟੂ ਆ, ਕਿਉਂਕਿ ਆਪਾਂ ਇਸ ਚੀਜ਼ ਨੂੰ ਆਪਣੇ ਹੁਣੀ ਦੇਖਿਆ ਹੈ। ਹੁਣ ਤੋਂ 6 ਮਹੀਨੇ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਹਟੇ ਨੇ, ਠੀਕ ਹੈ। ਆਪਾਂ ਨੇ ਆਹ ਵਾਲੇ ਪ੍ਰੋਸੈਸ ਨੂੰ ਹੁਣੇ ਦੇਖਿਆ ਹੈ। ਸੋ ਆਪਾਂ ਇਹਨੂੰ ਸਮਝਦੇ ਆ। ਇਹਦੇ ਨਾਲ ਹੀ ਤੁਹਾਨੂੰ ਮੈਂ ਐਗਜ਼ਾਮਪਲ ਦੂੰਗਾ ਲੋਕ ਸਭਾ ਲਈ, ਠੀਕ ਹੈ। ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਸਮਝਣਾ ਪਊਗਾ, ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤੀ ਸੀ ਕਨਸਟੀਚੁਐਂਸੀ। ਤੁਹਾਨੂੰ ਸਮਝਣੀ ਪਊਗੀ ਕਨਸਟੀਚੁਐਂਸੀ ਕੀ ਹੁੰਦੀ ਹੈ, ਠੀਕ ਹੈ। ਉਹਦੇ ਵਾਸਤੇ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇਖਣੀਆਂ ਪੈਣਗੀਆਂ ਕਿ ਕਨਸਟੀਚੁਐਂਸੀ ਕੀ ਹੁੰਦੀ ਹੈ। ਸੋ ਕਨਸਟੀਚੁਐਂਸੀ ਵਾਸਤੇ ਆਪਾਂ ਨੇ ਦੇਖਿਆ ਹੈ ਕਿ ਜਿਹੜਾ ਆਪਣਾ ਪੂਰੇ ਦਾ ਪੂਰਾ ਪੰਜਾਬ ਆ, ਉਹ ਕਿੰਨੇ ਹਲਕਿਆਂ ਦੇ ਵਿੱਚ ਡਿਵਾਈਡ ਆ, ਕਿੰਨੀਆਂ ਕਨਸਟੀਚੁਐਂਸੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਪੂਰੇ ਦਾ ਪੂਰਾ ਪੰਜਾਬ ਆਪਣਾ ਡਿਵਾਈਡ ਕੀਤਾ ਹੋਇਆ ਹੈ 117 ਕਨਸਟੀਚੁਐਂਸੀਜ਼ ਦੇ ਵਿੱਚ, 117 ਹਲਕਿਆਂ ਦੇ ਵਿੱਚ, 117 ਐਮਐਲਏ ਨੇ ਆਪਣੇ ਪੰਜਾਬ ਤੇ, ਠੀਕ ਹੈ। ਅਕਸਰ ਤੁਸੀਂ ਇਹ ਵਾਲਾ ਸਵਾਲ ਵੀ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਨੋ ਡਾਊਟ ਕਿ ਐਮਐਲਏ ਕਿੰਨੇ ਨੇ ਪੰਜਾਬ ਦੇ। ਦੂਸਰਾ, ਤੁਸੀਂ ਡਿਸਕਸ਼ਨ ਕਰਦੇ ਹੋਏ ਦੇਖਿਆ ਹੋਊਗਾ ਘਰ ਦੇ ਵਿੱਚ ਜਾਂ ਤੁਸੀਂ ਆਪਸ ਵਿੱਚ ਜਦੋਂ ਕਿਸੇ ਨਾਲ ਡਿਸਕਸ਼ਨ ਕਰਦੇ ਹੋ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਗਈਆਂ, ਜਾਂ ਈਵਨ ਕਿ ਜਦੋਂ ਮੈਂ ਪੜ੍ਹਾ ਰਿਹਾ ਮੈंने ਕਈ ਵਾਰ ਤੁਹਾਨੂੰ ਚੀਜ਼ ਦੱਸੀ ਹੋਊਗੀ ਕਿ ਆਮ ਆਦਮੀ ਪਾਰਟੀ ਕੋਲੇ ਕਿੰਨੀਆਂ ਸੀਟਾਂ ਨੇ। ਸੀਟਾਂ ਮਤਲਬ ਕਿੰਨੇ ਐਮਐਲਏ ਨੇ, ਕਿੰਨੇ ਹਲਕੇ ਉਹਦੇ ਅੰਡਰ ਆਉਂਦੇ ਨੇ, ਉਹ ਵਾਲੀ ਪਾਰਟੀ ਦੇ ਅੰਡਰ। ਅੰਡਰਸਟੈਂਡ? ਕਿੰਨੀਆਂ ਸੀਟਾਂ ਵਾਲੀ ਪਾਰਟੀ ਜਿੱਤੀ ਆ, ਕਿੰਨੇ ਐਮਐਲਏ ਉਸ ਪਾਰਟੀ ਦੇ ਨੇ। ਇਸ ਚੀਜ਼ ਨੂੰ ਅਸੀਂ ਕਹਿੰਦੇ ਆ ਕਨਸਟੀਚੁਐਂਸੀ ਲਗਾ ਲਓ, ਹਲਕਾ ਲਗਾ ਲਓ, ਤੁਸੀਂ ਸੀਟਾਂ ਲਗਾ ਲਓ, ਐਮਐਲਏ ਲਗਾ ਲਓ, ਇੱਕੋ ਹੀ ਗੱਲ। ਅੰਡਰਸਟੈਂਡ? ਹੁਣ ਆਪਾਂ ਐਗਜ਼ਾਮਪਲ ਲੈਂਦੇ ਆ ਕੋਈ 1-2 ਸ਼ਹਿਰਾਂ ਦੀ। ਫॉर एग्जांपल क्योंकि मैं मालेरकोटला ਨੂੰ ਬਿਲੋਂਗ ਕਰਦਾ, ਆਪਾਂ ਇੱਕ ਮਾਲੇਰਕੋਟਲਾ ਦੀ ਐਗਜ਼ਾਮਪਲ ਲੈਂਦੇ ਆ, ਇੱਕ ਆਪਾਂ ਸੀਐਮ ਸਿਟੀ ਧੂਰੀ ਦੀ ਐਗਜ਼ਾਮਪਲ ਲਵਾਂਗੇ, ਠੀਕ ਹੈ। 2 ਐਗਜ਼ਾਮਪਲਸ ਲੈਣੇ ਆਪਾਂ, ਉਸ ਤੋਂ ਬਾਅਦ ਤੁਸੀਂ ਬਹੁਤ ਧਿਆਨ ਨਾਲ ਦੇਖਿਓ। ਇੱਕ ਅਸੀਂ ਪਾਰਲੀਮੈਂਟ ਇੱਥੇ ਬਣਾਉਣੇ ਆ ਜਿਹਨੂੰ ਅਸੀਂ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਆ। ਲੈਜਿਸਲੇਟਿਵ ਅਸੈਂਬਲੀ ਪੰਜਾਬੀ ਦੇ ਵਿੱਚ ਵਿਧਾਨ ਸਭਾ। ਲੈਜਿਸਲੇਟਿਵ ਅਸੈਂਬਲੀ ਪੰਜਾਬੀ ਦੇ ਵਿੱਚ ਵਿਧਾਨ ਸਭਾ। ਹੁਣ ਦੇਖੋ ਮਾਲੇਰਕੋਟਲੇ ਤੋਂ ਅਸੀਂ ਦੇਖਿਆ ਕਿ 3 ਕੈਂਡੀਡੇਟ ਨੇ ਜਿਹੜੇ, ਵੈਸੇ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਵੋਟਾਂ ਦੇ ਵਿੱਚ ਖੜੇ, ਬਟ ਆਪਾਂ 3 ਕੈਂਡੀਡੇਟ ਦੇ ਵਿੱਚ ਕੰਪੀਟੀਸ਼ਨ ਦਿਖਾਉਣਾ ਹੈ, ਓਕੇ, ਸਮਝਣ ਵਾਸਤੇ। ਮਾਲੇਰਕੋਟਲਾ ਤੋਂ ਜਿਹੜੇ 3 ਕੈਂਡੀਡੇਟ ਖੜੇ, ਇੱਕ ਖੜਿਆ ਸੀਗਾ ਆਮ ਆਦਮੀ ਪਾਰਟੀ ਤੋਂ, ਇੱਕ ਖੜਿਆ ਸੀਗਾ ਆਪਣੇ ਕਾਂਗਰਸ ਤੋਂ, ਤੇ ਇੱਕ ਖੜਿਆ ਸੀਗਾ ਕੈਂਡੀਡੇਟ ਅਕਾਲੀ ਦਲ ਤੋਂ, ਠੀਕ ਆ। ਆਮ ਆਦਮੀ ਪਾਰਟੀ ਤੋਂ ਜਮੀਲ ਉਰ ਰਹਿਮਾਨ ਵੋਟਾਂ ਦੇ ਵਿੱਚ ਖੜਿਆ, ਇਲੈਕਸ਼ਨ ਲੜਿਆ। ਕਾਂਗਰਸ ਤੋਂ ਰਜ਼ੀਆ ਸੁਲਤਾਨਾ ਇਲੈਕਸ਼ਨ ਲੜੀ।
ਉਸੇ ਤਰੀਕੇ ਨਾਲ ਅਕਾਲੀ ਦਲ ਤੋਂ नुसरत इकराम खां इलैक्शन लड़े। नुसरत इकराम खां इलैक्शन लड़िया। हुण देखो ध्यान नाल, मलेरकोटले की जनता, इस मलेरकोटले की जनता ने आ 3 बंदे सीगे जिहड़े वोटां दे विच खड़े। आम आदमी पार्टी कहती कि असीं जमीलुर रहमान नूं अपना नोमीनेट कर रहे हैं, नोमीनेशन दे रहे हैं कि साडी पार्टी तो जमीलुर रहमान आ जिहड़ा वोटां 'च खड़ूगा। कांग्रेस वाले कहते कि भाई साडी पार्टी तो रजिया सुल्ताना है जिहड़ी ओह वोटां दे विच खड़ूगी। ओके, ते अकाली दल वाले कहते कि साडी पार्टी तो नुसरत इकराम खां बग्गा है जिहड़ा ओह वोटां दे विच खड़ूगा। ओके, इस तरीके नाल जिहड़े इस तों इलावा नो डाउट लिस्ट बहुत लंबी आ, लिस्ट बहुत लंबी आ। आपां ने सिर्फ 3 दी डिस्कशन करनी है ताकि आपां समझ सकीए। हुण मलेरकोटले दी जनता डिसाइड करूगी कि असीं वोटां पा के किहनूं जिताउणा है, असीं आम आदमी पार्टी नूं जिताउणा है, असीं कांग्रेस नूं जिताउणा है या असीं अकाली दल नूं जिताउणा है। 3 बंदे इलैक्शन लड़ रहे हैं। मलेरकोटले की जनता ने डिसाइड करना है कि असीं किहनूं जिताउणा है, आम आदमी पार्टी नूं, कांग्रेस नूं या फिर अकाली दल नूं। मलेरकोटले की जनता ने की किया, डॉक्टर जमील उर रहमान नूं जिताता। ते जमील उर रहमान कित्थे जा रहा है? पार्लीमेंट दे विच। किहड़ी पार्टी तो? आम आदमी पार्टी तो। जमील उर रहमान जितया, कित्थे गया? आम आदमी पार्टी तो। ओके, हुण अपने डिस्कशन करनी आ धूरी दी। आह वाली डिस्कशन सी मलेरकोटले दी, हुण अपने डिस्कशन करनी आ धूरी दी। ठीक है, धूरी तो की होया? आपां धूरी तो चलो 2 ही बंदे डिस्कस करांगे। धूरी दी जनता ने की किया? आम आदमी पार्टी तो जिहड़े आम आदमी पार्टी वाले ने उन्होंने की किया? भगवंत मान नूं अनाउंस करता कि जी भगवंत मान आ जिहड़ा उहनूं असीं वोटां दे विच खड़ा कर रहे हां धूरी तो एज MLA, कि अगर जितदा तो MLA बनूगा। ठीक है, तो कांग्रेस पार्टी तो असीं गोल्डी नूं वोटां दे विच खड़ा कर रहे हैं। गोल्डी नूं कांग्रेस पार्टी तो असीं वोटां दे विच अनाउंस कर रहे हैं। ओके, हुण की होया? धूरी दी जनता ने नो डाउट अकाली दल तो कोई ना कोई होगा, अलग अलग पार्टीज तो कोई ना कोई होगा। धूरी दी जनता ने की किया? जिन्हों वध वोटां पाइयां ओह वाला बंदा जित गया। तो धूरी दी जनता ने भगवंत मान नूं वोटां च जिताया ते भगवंत मान कित्थे पहुंचिया? विधान सभा दे विच, कॉन्स्टिट्यूएंट असैंबली दे विच। ठीक है, लैजिस्लेटिव असैंबली दे विच जिहड़ा भगवंत मान पहुंचे। इसे तरीके नाल अपने कोल लुधियाना, पटियाला, अमृतसर, मोगा, कपूरथला, जलंधर, संगरूर, सुनाम, लेहरागागा, इसे तरीके नाल अपने कोले अलग अलग जगह तो एक MLA आउंदा गया, वोटां लड़दा गया ते पार्टी तो जितदा गया। जिन्ने भी MLA जिते कित्थे जा रहे हैं? वो लैजिस्लेटिव असैंबली च जा रहे हैं। हुण इत्थे कोई आम आदमी पार्टी तो आ रहा है, कोई अकाली दल तो आ रहा है, कोई कांग्रेस तो आ रहा है, कोई बीजेपी तो आ रहा है। जिन्ने भी MLA जिते उन्होंने पार्टी गिनती तो बाद च होगी ना, भी टोटल किन्ने जिते, केड़ी पार्टी दे टोटल किन्ने जिते तो बाद ही उन्होंने अपने अपने हल्के तो कौन जित रहा है ਉਹ वाली चीज आ जी इत्थे आ रही है। मतलब कि अपने अपने हल्के तो, कोई धूरी तो, कोई संगरूर तो, कोई मलेरकोटले तो, कोई लुधियाने तो, अपने अपने हल्के तो जेडे जित रहे हैं, जित के कित्थे पहुंच रहे हैं? जित के पहुंच रहे हैं वो लैजिस्लेटिव असैंबली दे विच। MLA ने, MLA की फुल फॉर्म की है? मैंबर ऑफ लैजिस्लेटिव असैंबली। इस असैंबली दे मैंबर ने, वो लैजिस्लेटिव असैंबली दे मैंबर ने, मैंबर ऑफ लैजिस्लेटिव असैंबली। सो कित्थे पहुंच रहे हो? लैजिस्लेटिव असैंबली दे विच। हुण इत्थे जो सारे जित के आ गए 117 दे 117 इत्थे जित के आ गए, तो फिर खबरों दे विच तुहानूं रात नूं एक खबर आउंदी हुंदी आ, इस पार्टी दे इन्ने कैंडीडेट जित गए, इस पार्टी नूं इन्नियां सीटां मिल गईयां, इस पार्टी नूं इन्नियां सीटां मिल गईयां, फलानी पार्टी नूं इन्नियां सीटां मिल गईयां। इस तरीके नाल एक लिस्ट बन जांदी हुंदी है। तुसीं देखिआ होऊगा अज तो 3-4 महीने पहला एक लिस्ट बनी सी टीवी के उपर कि आम आदमी पार्टी नूं 92 सीटां मिलियां, कांग्रेस नूं 20 सीटां मिलियां, अकाली दल नूं 3 सीटां मिलियां, बीजेपी नूं 2 सीटां मिलियां। यह की आ? जिन्ने MLA जिते ने आम आदमी पार्टी तो 92 MLA जिते, मतलब 92 सीटां,
कांग्रेस पार्टी तो 20 एमएलए जिते मतलब 20 सीटां, अकाली दल तो 3 एमएलए जिते मतलब 3 सीटां, बीजेपी तो 2 एमएलए जिते मतलब 2 सीटां। मैं उम्मीद कर रहा कि ਤੁਹਾਨੂੰ ਆ ਚੀਜ਼ ਪੂਰੇ ਜੋ ਆਪਾਂ ਪ੍ਰੋਸੈਸ ਮੈਂ ਤੁਹਾਨੂੰ ਸਮਝਾਇਆ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਊਗਾ। ਅਸੀਂ ਇੱਕ ਹਲਕੇ ਦੀ ਇਹ ਧੂਰੀ ਹੋ ਸਕਦਾ ਹੈ, ਮਲੇਰਕੋਟਲਾ ਹੋ ਸਕਦਾ ਹੈ, ਸੰਗਰੂਰ ਹੋ ਸਕਦਾ, ਸੁਨਾਮ ਹੋ ਸਕਦਾ, ਕਪੂਰਥਲਾ ਹੋ ਸਕਦਾ ਹੈ, ਲੁਧਿਆਣਾ ਹੋ ਸਕਦਾ, ਈਵਨ ਕਿ ਲੁਧਿਆਣੇ ਦੇ 4 ਐਮਐਲਏ ਖੜਦੇ ਨੇ, ਅੰਮ੍ਰਿਤਸਰ ਦੇ ਵਿੱਚ 2 ਐਮਐਲਏ ਨੇ, ਪਟਿਆਲੇ 'ਚ 2 ਐਮਐਲਏ ਨੇ। ਆਪਾਂ ਨੇ ਪਹਿਲਾਂ ਕੀਤਾ ਹੋਇਆ ਕਨਸਟੀਚੁਐਂਸੀ ਵਾਲਾ ਪਾਰਟ, ਤੁਸੀਂ ਪਿਛਲਾ ਟੌਪਿਕ ਚੱਕੋ ਕਨਸਟੀਚੁਐਂਸੀ। when an area divided on the basis of population for the purpose of election, ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਕੀਤਾ ਹੋਇਆ, ਜਾ ਕੇ ਦੇਖੋ, ਚੈੱਕ ਕਰੋ ਕਿ ਜਦੋਂ ਕਿਸੇ ਇਲਾਕੇ ਨੂੰ ਅਸੀਂ ਪਾਪੂਲੇਸ਼ਨ ਦੇ ਬੇਸ ਤੇ ਡਿਵਾਈਡ ਕਰਦੇ ਹਾਂ। ਹੁਣ ਲੁਧਿਆਣੇ ਦੀ ਜਨਤਾ ਬਹੁਤ ਜ਼ਿਆਦਾ ਹੈ, ਇਸ ਕਰਕੇ ਸਾਨੂੰ ਲੁਧਿਆਣਾ 4 ਭਾਗਾਂ 'ਚ ਵੰਡਣਾ ਪੈ ਗਿਆ। ਪਟਿਆਲੇ ਦੀ ਜਨਤਾ ਬਹੁਤ ਜ਼ਿਆਦਾ, ਸਾਨੂੰ ਪਟਿਆਲਾ 2 ਭਾਗਾਂ 'ਚ ਵੰਡਣਾ ਪੈ ਗਿਆ। ਸੋ ਧੂਰੀ, ਮਲੇਰਕੋਟਲਾ, ਜਿਹੜੀ ਵੀ ਜਨਤਾ ਹੈ, हर एक जगह के ऊपर सेम कंपटीशन होया, अलग अलग कैंडिडेट खड़े। आम आदमी पार्टी ने अपना कोई कैंडिडेट खड़ाता, कांग्रेस ने अपना खड़ाता, अकाली दल ने अपना खड़ाता, बीजेपी ने अपना खड़ाता, बीएसपी ने अपना खड़ाता। किन्नियां ही पार्टीज हो सकती ने, किन्ने ही कैंडिडेट हो सकते हैं। ये सारियां पार्टियां, सारे कैंडिडेट आपस दे विच कंपटीशन लड़ रहे हैं। आ जनता, उस पार्टिकुलर शहर की जनता इन्हां नूं वोटां पा रही आ। वोटां पा के ਜਿਹੜੇ ਜਿਹੜੇ जिते, ਜਿਹੜੀ पार्टी तो जिते कित्थे जा रहे हैं? असैंबली दे विच, लैजिसलेटिव असैंबली च जा रहे हैं। फिर इत्थे गिनती हुई कि भाई किहड़ी पार्टी तो किन्ने बंदे आए, किहड़ी पार्टी तो किन्ने बंदे जिते। गिनती दे विच साने देखिया कि आम आदमी पार्टी तो इन्ने जिते, कांग्रेस तो इन्ने जिते, अकाली दल तो इन्ने जिते, बीजेपी तो इन्ने जिते। अंडरस्टैंड? सारा प्रोसैस समझ आ गया तुहानूं? इस तो बाद जिहड़ी आपां पिछले लैक्चर दे विच गल कर चुके हां कि जिहड़ी पार्टी नूं हाफ +1 सीटां मिल रही ने, सीटां मतलब कि जिहड़ी पार्टी दे हाफ +1 एमएलए जित रहे ने उहदी सरकार बनूगी। अपने कोलिशन गवर्नमेंट भी चेक की सीगी कि गठबंधन की सरकार किहड़ी हुंदी आ, वो भी अपने चेक की सीगी। सो मैं पिछली वीडियो दे विच, पिछले लेक्चर च भी मैंने यही गल कही सीगी, मैं हुण भी यही गल कह रहा। जिन्ने भी पिछले लेक्चर ने गाइस सारे इंपोर्टेंट ने, बहुत इंपोर्टेंट ने। ये समझ लो कि आपां पॉलिटिकल साइंस की बैकबोन पढ़ रहे हैं, आप पॉलिटिकल साइंस की रीढ़ की हड्डी पढ़ रहे हैं। आप पॉलिटिकल साइंस समझ रहे हैं जिहदे आले दुआले सारी पॉलिटिक्स घूमदी है। सो बहुत इंपॉर्टेंट टॉपिक ने, पिछले भी यह वाले भी बेसिक कवर कर लो। तुसीं अपना इन्हां नूं एक बार समझ लो, तुसीं कदे नहीं भुल्लोगे, तुसीं कदे नहीं भुल्लोगे, इन्हां नूं एक बार समझ लो। ओके, सो आई थिंक तुहानूं इन्ना जिहड़ा एरिया समझ आ गया होगा। हुण मैं इन्हूं थोड़ा जिहा साफ कर दूंगा, फिर आपां दोबारा डिस्कशन करते हैं, ठीक है? हुण देखो ध्यान नाल, असीं की कीता, विधान सभा तो असीं आम आदमी पार्टी की सरकार बनाती पंजाब दे विच विद 92 सीटां। यही चीज़ हुई है ना, बिल्कुल सेम प्रोसैस चलूगा लोक सभा का। तुहाडे लोक सभा के MP किन्ने ने? 543 + 2, 543 + 2। ये 2 का की मसला है, तुहानूं ये भी मैं हुणे क्लीयर कर दूँ। थोड़ा जिहा ध्यान नाल समझियो इस चीज़ नूं भी। असल दे विच की आ, साडे इत्थे ना एक एंग्लो इंडियन कम्यूनिटी रहिंदी सी या रहिंदी है पता नहीं। साडे इत्थे एक एंग्लो इंडियन कम्यूनिटी, चलो आपां मन के चलदे रहिंदी है। साडे इत्थे एक एंग्लो इंडियन कम्यूनिटी रहिंदी है इंडिया दे विच, ठीक है? ते उस इंडिया की जिहड़ी एंग्लो इंडियन कम्यूनिटी है उहदे वास्ते साडे कॉन्स्टिट्यूशन ने 2 जिहड़े MP ने वो सिलेक्ट किए हुए हैं। 2 जिहड़े MP ने वो डिसाइड किए हुए हैं कि एंग्लो इंडियन कम्यूनिटी नूं 2 MP ने जिहड़े बिलोंग करनगे। पर 2019 की जिहड़ी अपनी सरकार बनी सी, 2019 दे विच इंडियन गवर्नमेंट बनी सी, उन्हें की किया, जिहड़े 2 एंग्लो इंडियन ਆਪਾਂ ਬਣਾਉਣੇ ਆ ਨਾ हर वारी MP, ये 2 MP नोमीनेट किए जाते होंगे ने, इन्हां नूं प्रेजिडेंट नोमीनेट करता हुंदा। जिहड़े आपां 2 MP बनाउणे आ ना, नोमीनेट करते हैं, मतलब प्रेजिडेंट जिन्हां नूं नोमीनेट करता है। 2019 दे विच इन्हां नूं ना खत्म करती, ये वाली पोस्ट खत्म करती। मैं भी 2019 या 2020 है, तुहानूं वीडियो दे विच इत्थे दिख जूगा। मैं तुहानूं सारा कन्फर्म करके गूगल सर्च करके तुहानूं नाल दी नाल इत्थे दिखाऊंगा फोटो, उत्थे सारी डिटेल भी दित्ती हुई है, ठीक है? वो तुसीं उत्थे देख लिओ। 2019 या 20 ਦੇ ਵਿੱਚ ਇਹ ਜਿਹੜੀ ਸਿਸਟਮ ਸੀਗਾ ਇਹਨੂੰ ਖਤਮ ਕਰਤਾ।
ਤਾਂ ਹੁਣ ਇੱਥੇ ਸਵਾਲ ਇਹ ਆ ਕਿ ਕਿਉਂਕਿ ਬਹੁਤ ਕਨਫਿਊਜ਼ਿੰਗ ਕੁਐਸਚਨ ਆ, ਇਹਨੂੰ ਤੁਸੀਂ ਧਿਆਨ ਨਾਲ ਸਮਝਣਾ ਹੋਊਗਾ ਕਿ ਸਾਡੇ ਲੋਕ ਸਭਾ ਦੇ ਟੋਟਲ ਮੈਂਬਰ ਕਿੰਨੇ ਨੇ। ਇੱਥੇ 3-4 ਸਵਾਲ ਬਣ ਗਏ। 8 ਪ੍ਰੈਜ਼ੈਂਟ ਕਿੰਨੇ ਨੇ? 8 ਪ੍ਰੈਜ਼ੈਂਟ ਗਾਇਜ਼ ਹੈਗੇ ਨੇ 545। ਬਟ ਹੁਣ ਤੁਸੀਂ ਤੁਹਾਡਾ ਇੱਥੇ ਸਵਾਲ ਹੋ ਸਕਦਾ ਕਿ ਸਰ ਤੁਸੀਂ ਤਾਂ ਕਹਿ ਰਹੇ ਹੋ ਕਿ ਆ 2 ਖਤਮ ਕਰਤੇ ਤਾਂ ਫਿਰ 543 ਹੋਣੇ ਚਾਹੀਦੇ ਨੇ। ਬਟ ਗਾਇਜ਼ 2019 ਦੇ ਵਿੱਚ ਇਲੈਕਸ਼ਨ ਹੋਏ ਸੀਗੇ, 2019 ਚ ਇਲੈਕਸ਼ਨ ਹੋਏ ਸੀਗੇ। ਅਗਲੇ ਇਲੈਕਸ਼ਨ ਜਿਹੜੇ ਨੇ ਉਹ 2024 ਚ ਹੋਣਗੇ। ਜਿਹੜੇ ਇਲੈਕਸ਼ਨ ਹੋਏ ਨੇ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਚੂਜ਼ ਕੀਤਾ ਗਿਆ ਹੈ, ਇਹਨਾਂ ਇਲੈਕਸ਼ਨਸ ਦੇ ਵਿੱਚ ਇਹਨਾਂ ਨੂੰ ਚੂਜ਼ ਕੀਤਾ ਗਿਆ ਹੈ। ਮਤਲਬ ਅਗਲੇ 5 ਸਾਲ ਵਾਸਤੇ ਤਾਂ ਹੈਗੇ ਨੇ ਨਾ। ਜਿਹੜੇ 2024 ਚ ਇਲੈਕਸ਼ਨ ਹੋਣਗੇ ਉਦੋਂ ਇਹਨਾਂ ਨੂੰ ਚੂਜ਼ ਨਹੀਂ ਕੀਤਾ ਜਾਊਗਾ। ਤਾਂ ਫਿਰ ਇੱਥੇ ਸਵਾਲ ਕੀ ਬਣਦਾ ਕਿ 8 ਪ੍ਰੈਜ਼ੈਂਟ ਸਾਡੇ ਕੋਲੇ ਮੈਂਬਰ ਕਿੰਨੇ ਨੇ? 545 ਨੇ, ਜਿਹਦੇ ਵਿੱਚੋਂ 543 ਪਲੱਸ 2। ਇਨ ਫਿਊਚਰ ਤੁਹਾਨੂੰ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੋਊਗਾ, ਠੀਕ ਹੈ। ਅਗਲੀ ਚੀਜ਼ ਸਾਡੇ ਨਾਲ ਇੱਕ ਮੈਕਸਿਮਮ ਮੈਂਬਰ ਹੁੰਦੇ ਨੇ ਕਿ ਲੋਕ ਸਭਾ ਦੇ ਮੈਕਸਿਮਮ ਮੈਂਬਰ ਕਿੰਨੇ ਹੋ ਸਕਦੇ ਨੇ। ਅਗਰ ਆਪਾਂ 2019 ਤੋਂ ਪਹਿਲਾਂ ਇਹ ਕੁਐਸਚਨ ਆਉਂਦਾ ਕਿ ਲੋਕ ਸਭਾ ਦੇ ਮੈਕਸਿਮਮ ਮੈਂਬਰ ਕਿੰਨੇ ਹੋ ਸਕਦੇ ਨੇ, ਤਾਂ ਲੋਕ ਸਭਾ ਦੇ ਮੈਕਸਿਮਮ ਮੈਂਬਰ ਹੁੰਦੇ ਨੇ 550 ਪਲੱਸ 2, 550 ਪਲੱਸ 2। ਪਰ ਹੁਣ ਆ 2 ਤੱਕ ਖਤਮ ਕਰਤੇ, ਆਹ ਵਾਲੇ 2 ਤੱਕ ਖਤਮ ਕਰਤੇ। ਤਾਂ ਇੱਥੇ ਤੁਸੀਂ ਇਹ ਗੱਲ ਕਹਿ ਸਕਦੇ ਹੋ, ਹੁਣ ਆ 2019 ਜਾਂ 2024 ਵਾਲਾ ਕੋਈ ਮਸਲਾ ਨਹੀਂ ਹੈਗਾ। ਇੱਥੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਲੋਕ ਸਭਾ ਦੇ ਮੈਕਸਿਮਮ ਮੈਂਬਰ 550 ਨੇ ਤੇ 8 ਪ੍ਰੈਜ਼ੈਂਟ ਕਿੰਨੇ ਨੇ? 545। ਇਹਨਾਂ ਦੀ ਡਿਵੀਜ਼ਨ ਕਿਵੇਂ ਆ? 543 ਪਲੱਸ 2। ਅੱਛਾ, ਇੱਥੇ ਨਾ ਅਕਸਰ ਤੁਹਾਨੂੰ ਕਨਫਿਊਜ਼ ਕਰਨ ਵਾਸਤੇ ਕੁਐਸਚਨ ਆ ਸਕਦਾ, ਉਹ ਕਿਵੇਂ? ਇਲੈਕਟਡ ਮੈਂਬਰ ਕਿੰਨੇ ਨੇ ਲੋਕ ਸਭਾ ਦੇ? ਉਹਨਾਂ ਨੇ ਜਸਟ ਇੱਕ ਲਫ਼ਜ਼ ਲਿਖਣਾ ਇਲੈਕਟਡ ਤੇ ਤੁਸੀਂ ਕਨਫਿਊਜ਼ਡ। ਇਲੈਕਟਡ ਮੈਂਬਰ 543 ਹੀ ਨੇ। ਮੈਂ ਹੁਣੇ ਦੱਸ ਕੇ ਹਟਿਆ ਕਿ 2 ਮੈਂਬਰ ਤਾਂ ਨੋਮੀਨੇਟਡ ਨੇ। 2 ਮੈਂਬਰਾਂ ਨੂੰ ਤਾਂ ਨੋਮੀਨੇਟ ਕਰਦਾ ਕਿ ਚੱਲ ਭਾਈ ਤੂੰ ਮੈਨੂੰ ਪਸੰਦ ਆਇਆ, ਤੂੰ ਸਾਡਾ ਐਮਪੀ ਹੈ। ਪ੍ਰੈਜ਼ੀਡੈਂਟ ਨੇ ਜਸਟ ਇੰਨਾ ਕਹਿਣਾ ਵੀ ਆਹ ਬੰਦਾ ਮੈਨੂੰ ਪਸੰਦ ਆਇਆ, ਇਹਨੂੰ ਮੈਂ ਐਮਪੀ ਬਣਾ ਰਿਹਾ ਐਂਗਲੋ ਇੰਡੀਅਨ ਕਮਿਊਨਿਟੀ ਦਾ। ਅੰਡਰਸਟੈਂਡ? ਐਂਗਲੋ ਇੰਡੀਅਨ ਕਮਿਊਨਿਟੀ ਦਾ ਮੈਂ ਇਹਨੂੰ ਐਮਪੀ ਬਣਾ ਰਿਹਾ। ਬਟ ਅਗਰ ਤੁਹਾਨੂੰ ਕੁਐਸਚਨ ਇਹ ਆ ਗਿਆ ਹਾਊ ਮੈਨੀ ਇਲੈਕਟਡ ਮੈਂਬਰਸ ਆਫ ਦੀ ਲੋਕ ਸਭਾ? ਇਲੈਕਟਡ 545 ਨਹੀਂ 543 ਨੇ। ਅੰਡਰਸਟੈਂਡ? ਅੱਛਾ, ਹੁਣ ਇੱਥੇ ਅਕਸਰ ਇੱਕ ਹੋਰ ਕੁਐਸਚਨ ਹਾਊ ਮੈਨੀ ਮੈਂਬਰਸ ਆਫ ਦੀ ਪਾਰਲੀਮੈਂਟ? ਪਾਰਲੀਮੈਂਟ ਦੇ ਵਿੱਚ ਧਿਆਨ ਰੱਖਿਓ ਆਪਣੇ ਕੋਲੇ ਲੋਕ ਸਭਾ ਵੀ ਹੈ, ਰਾਜ ਸਭਾ ਵੀ ਹੈ। ਤੁਹਾਨੂੰ ਕੁਐਸਚਨ ਆਊਗਾ ਲੋਕ ਸਭਾ ਦੇ ਕਿੰਨੇ ਮੈਂਬਰ ਨੇ, ਲੋਕ ਸਭਾ ਦੇ ਮੈਂਬਰ ਕਿੰਨੇ ਨੇ। ਕੁਐਸਚਨ ਆਊਗਾ ਰਾਜ ਸਭਾ ਦੇ ਮੈਂਬਰ ਕਿੰਨੇ ਨੇ। ਕਦੇ ਕੁਐਸਚਨ ਨਹੀਂ ਆਉਂਦਾ ਹੈਗਾ ਪਾਰਲੀਮੈਂਟ ਦੇ ਮੈਂਬਰ ਕਿੰਨੇ ਨੇ। ਅਗਰ ਪਾਰਲੀਮੈਂਟ ਦੇ ਕੁਐਸਚਨ ਆ ਗਿਆ ਹਾਊ ਮੈਨੀ ਮੈਂਬਰਸ ਆਫ ਪਾਰਲੀਮੈਂਟ, ਤਾਂ ਜੋੜ ਕੇ ਦੱਸਣੇ ਪੈਣਗੇ। ਅੰਡਰਸਟੈਂਡ? ਸੋ ਬਸ ਆਹੀ ਵਾਲੀਆਂ ਕਨਫਿਊਜ਼ਨਾਂ ਨੇ ਜਿਨ੍ਹਾਂ ਕਰਕੇ ਤੁਹਾਨੂੰ ਪੋਲੀਟੀਕਲ ਸਾਇੰਸ ਔਖੀ ਲੱਗਦੀ ਹੈ। ਇੱਕ ਵਾਰ ਆ ਚੀਜ਼ਾਂ ਸਮਝ ਆ ਗਈਆਂ ਨਾ, ਮੁੜ ਕੇ ਤੁਸੀਂ ਭੁੱਲਦੇ ਨਹੀਂ ਹੈਗੇ। ਅੱਗੇ ਆਪਾਂ ਡਿਸਕਸ਼ਨ ਕਰਦੇ ਹਾਂ। ਹੁਣ ਆਪਾਂ ਡਿਟੇਲ ਡਿਸਕਸ਼ਨ ਕਰਦੇ ਹਾਂ, ਜਿਵੇਂ ਆਪਾਂ ਨੇ ਪਹਿਲਾਂ ਵਿਧਾਨ ਸਭਾ ਦੀ ਕੀਤੀ ਆ। ਹੁਣ ਦੇਖੋ ਧਿਆਨ ਨਾਲ, ਵਿਧਾਨ ਸਭਾ ਦੇ ਇਲੈਕਸ਼ਨ ਵਾਸਤੇ ਪੂਰਾ ਦਾ ਪੂਰਾ ਪੰਜਾਬ ਤੁਹਾਨੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ? 117 ਭਾਗਾਂ 'ਚ। ਮਤਲਬ ਤੁਹਾਡੇ ਕੋਲੇ ਟੋਟਲ ਕਿੰਨੇ ਐਮਐਲਏ ਨੇ? 117। ਉਸੇ ਤਰੀਕੇ ਨਾਲ ਲੋਕ ਸਭਾ ਦੇ ਇਲੈਕਸ਼ਨ ਵਾਸਤੇ ਅਸੀਂ ਪੂਰੇ ਦੇ ਪੂਰੇ ਇੰਡੀਆ ਨੂੰ 543 ਭਾਗਾਂ 'ਚ ਡਿਵਾਈਡ ਕਰਦੇ ਹਾਂ। 543 ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹਾਂ। ਕਹਿਣ ਦਾ ਮਤਲਬ ਜਿਵੇਂ ਤੁਹਾਡੇ ਪੰਜਾਬ ਦੇ 117 ਐਮਐਲਏ ਨੇ, ਉਸੇ ਤਰੀਕੇ ਨਾਲ ਸਾਡੇ ਇੰਡੀਆ ਦੇ 543 ਐਮਪੀ ਆਫ ਲੋਕ ਸਭਾ ਨੇ। 543 ਐਮਪੀ ਆਫ ਲੋਕ ਸਭਾ ਨੇ। ਅੰਡਰਸਟੈਂਡ? 543 ਭਾਗਾਂ ਦੇ ਵਿੱਚ ਸਾਡੇ ਪੂਰਾ ਇੰਡੀਆ ਡਿਵਾਈਡ ਕੀਤਾ ਹੋਇਆ ਹੈ। ਸਮਝ ਆ ਗਿਆ? ਇਸ ਤੋਂ ਬਾਅਦ ਜਿਵੇਂ ਉਹਨਾਂ ਦੇ ਇਲੈਕਸ਼ਨ ਹੁੰਦੇ ਨੇ, ਲੋਕੀ ਵੋਟਾਂ ਪਾਉਂਦੇ ਨੇ ਤੇ ਜਿਹੜੀ ਪਾਰਟੀ ਦਾ ਬੰਦਾ ਜਿੱਤ ਜਾਂਦਾ ਅੱਗੇ ਜਾ ਕੇ ਉਹ ਕਾਊਂਟ ਹੁੰਦਾ ਹੈ। ਇਸੇ ਤਰੀਕੇ ਨਾਲ ਇੱਥੇ ਅਲੱਗ-ਅਲੱਗ ਪਰਸਨ ਜਿਹੜੇ ਵੋਟਾਂ ਦੇ ਵਿੱਚ ਖੜਦੇ ਨੇ, ਕੰਪੀਟੀਸ਼ਨ ਲੜਦੇ ਨੇ, ਲੋਕ ਉਹਨਾਂ ਨੂੰ ਜਾ ਕੇ ਵੋਟਾਂ ਪਾਉਂਦੇ ਨੇ ਤੇ ਉਹ ਜਾ ਕੇ ਅੱਗੇ ਪਾਰਲੀਮੈਂਟ ਦੀ ਲੋਕ ਸਭਾ 'ਚ ਜਾ ਕੇ ਬੈਠਦੇ ਨੇ। ਲੋਕ ਸਭਾ ਦੇ ਵਿੱਚ ਜਾ ਕੇ ਬੈਠੀ ਜਾਂਦੇ ਨੇ। ਆਮ ਆਦਮੀ ਪਾਰਟੀ ਤੋਂ ਕਿੰਨੇ ਨੇ ਜੀ, ਬੀਜੇਪੀ ਤੋਂ ਕਿੰਨੇ ਨੇ ਜੀ, ਕਾਂਗਰਸ ਤੋਂ ਕਿੰਨੇ ਨੇ ਜੀ। ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਡਿਸਕਸ਼ਨ ਕੀਤੀ ਸੀਗੀ ਕਿ ਨੈਸ਼ਨਲ ਪਾਰਟੀਆਂ ਕੀ ਹੁੰਦੀਆਂ ਨੇ, ਸਟੇਟ ਪਾਰਟੀਆਂ ਕੀ ਹੁੰਦੀਆਂ ਨੇ, ਕੀਤੀ ਸੀਗੀ ਨਾ। ਮੈਂ ਬਾਰ-ਬਾਰ ਕਹਿ ਰਿਹਾ ਕਿ ਪਿਛਲੇ ਜਿਹੜੇ ਲੈਕਚਰਸ ਨੇ ਵੈਰੀ ਇੰਪੋਰਟੈਂਟ ਨੇ, ਸੁਣ ਲਿਓ।
ਆਮ ਆਦਮੀ ਪਾਰਟੀ ਤੋਂ ਕਿੰਨੇ ਨੇ, ਬੀਜੇਪੀ ਤੋਂ ਕਿੰਨੇ ਨੇ, ਕਾਂਗਰਸ ਤੋਂ ਕਿੰਨੇ ਨੇ, ਇਹਨਾਂ ਦੀ ਗਿਣਤੀ ਕੀਤੀ ਜਾਂਦੀ ਆ। ਜਿਹੜੇ ½ + 1 ਜਿਨ੍ਹਾਂ ਦੇ ਹੋ ਗਏ, ਜਿਨ੍ਹਾਂ ਦੇ ਸਭ ਤੋਂ ਵੱਧ ½ + 1 ਸ਼ਰਤ ਆ, ਉਹਨਾਂ ਦੇ ਪਾਰਟੀ ਉਹਨਾਂ ਦੀ ਸਰਕਾਰ ਬਣ ਜਾਣੀ ਆ। ਵਿਧਾਨ ਸਭਾ ਤੇ ਲੋਕ ਸਭਾ ਦਾ ਪ੍ਰੋਸੈਸ ਸੇਮ ਆ ਨਾ, ਵਿਧਾਨ ਸਭਾ ਤੇ ਲੋਕ ਸਭਾ ਦਾ ਪ੍ਰੋਸੈਸ ਸੇਮ ਆ, ਅੰਡਰਸਟੈਂਡ। ਹੁਣ ਅੱਗੇ ਲੋਕ ਸਭਾ ਦੇ ਵਿੱਚ ਵੀ ਲੋਕ ਹੀ ਵੋਟਾਂ ਪਾਉਂਦੇ ਨੇ, ਵਿਧਾਨ ਸਭਾ ਦੇ ਵਿੱਚ ਵੀ ਲੋਕ ਹੀ ਵੋਟਾਂ ਪਾਉਂਦੇ ਨੇ। ਲੋਕ ਸਭਾ ਇੰਡੀਆ ਲੈਵਲ ਦੀ ਆ ਗਈ, ਨੈਸ਼ਨਲ ਲੈਵਲ ਦੀ ਆ ਗਈ, ਵਿਧਾਨ ਸਭਾ ਸਟੇਟ ਲੈਵਲ ਦੀ ਆ ਗਈ, ਪੰਜਾਬ ਲੈਵਲ ਦੀ, ਹਰਿਆਣਾ ਲੈਵਲ ਦੀ, ਯੂਪੀ ਲੈਵਲ ਦੀ, ਗੁਜਰਾਤ ਲੈਵਲ ਦੀ, ਅੰਡਰਸਟੈਂਡ। ਦੋਨਾਂ ਦੇ ਲੈਵਲ ਸਮਝ ਆ ਗਏ ਤੁਹਾਨੂੰ। ਇਸ ਤੋਂ ਬਾਅਦ ਹੁਣ ਤੁਹਾਨੂੰ ਜਿਹੜੀ ਅਗਲੀ ਚੀਜ਼ ਚੈੱਕ ਕਰਨੀ ਆ, ਅਗਲੀ ਚੀਜ਼ ਸਾਡੇ ਕੋਲੇ ਹੈਗੀ ਆ ਕਿ ਇੱਕ ਨਾ ਇਲੈਕਸ਼ਨਸ ਹੁੰਦੇ ਨੇ। ਆਪਾਂ ਨੇ ਪਿਛਲੇ ਵੀਡੀਓਜ਼ ਦੇ ਵਿੱਚ ਡਿਸਕਸ਼ਨ ਕੀਤੀ ਆ। ਇੱਕ ਹੁੰਦੀ ਆ ਡਾਇਰੈਕਟ ਡੈਮੋਕ੍ਰੇਸੀ ਔਰ ਇਨਡਾਇਰੈਕਟ ਡੈਮੋਕ੍ਰੇਸੀ, ਠੀਕ ਹੈ। ਇੱਕ ਹੁੰਦੀ ਹੈ ਡਾਇਰੈਕਟ ਇਲੈਕਸ਼ਨਸ ਔਰ ਇਨਡਾਇਰੈਕਟ ਇਲੈਕਸ਼ਨਸ। ਜਿਹੜੇ ਗਾਇਜ਼ ਲੋਕ ਸਭਾ ਦੇ ਇਲੈਕਸ਼ਨ ਨੇ ਉਹ ਡਾਇਰੈਕਟ ਇਲੈਕਸ਼ਨ ਨੇ, ਤੁਸੀਂ ਇਨਵੋਲਵ ਹੋ। ਜਿਹੜੇ ਰਾਜ ਸਭਾ, ਜਿਹੜੇ ਲੋਕ ਸਭਾ ਦੇ ਇਲੈਕਸ਼ਨ ਨੇ, ਵਿਧਾਨ ਸਭਾ ਦੇ ਡਾਇਰੈਕਟ ਇਲੈਕਸ਼ਨ ਨੇ। ਡੈਮੋਕ੍ਰੇਸੀ ਇਨਡਾਇਰੈਕਟ ਆ, ਮੈਂ ਫੇਰ ਕਹਿ ਰਿਹਾ ਕਿ ਤੁਹਾਨੂੰ ਪਿਛਲੀਆਂ ਵੀਡੀਓਜ਼ ਕਵਰ ਕਰਨੀਆਂ ਪੈਣਗੀਆਂ। ਡੈਮੋਕ੍ਰੇਸੀ ਇਨਡਾਇਰੈਕਟ ਆ ਬਟ ਇਲੈਕਸ਼ਨ ਡਾਇਰੈਕਟ ਹੋ ਰਹੇ ਨੇ। ਤੁਹਾਡੀ ਪਾਰਟਿਸਿਪੇਸ਼ਨ ਆ, ਵੋਟਾਂ ਕੌਣ ਪਾਉਣ ਜਾ ਰਿਹਾ, ਤੁਸੀਂ ਪਹੁੰਚ ਜਾ ਰਹੇ ਹੋ, ਬਟ ਫੈਸਲੇ ਕੌਣ ਲੈ ਰਿਹਾ ਹੈ? ਸਾਡੇ ਦੁਆਰਾ ਜਿੱਤੇ ਹੋਏ ਲੋਕ ਲੈ ਰਹੇ ਨੇ, ਸਾਡੇ ਦੁਆਰਾ ਜਿੱਤੇ ਹੋਇਆ ਲੀਡਰ ਲੈ ਰਿਹਾ, ਸਾਡੇ ਦੁਆਰਾ ਜਿੱਤੇ ਹੋਇਆ MP ਲੈ ਰਿਹਾ, MLA ਲੈ ਰਿਹਾ ਫੈਸਲਾ। ਤਾਂ ਉੱਥੇ ਡਾਇਰੈਕਟ ਇਨਡਾਇਰੈਕਟ ਡੈਮੋਕ੍ਰੇਸੀ ਆ ਗਈ। ਇਲੈਕਸ਼ਨ ਸਾਡੇ ਡਾਇਰੈਕਟ ਨੇ, ਡੈਮੋਕ੍ਰੇਸੀ ਸਾਡੀ ਇਨਡਾਇਰੈਕਟ। ਨੋ ਡਾਊਟ ਦੋਨੋਂ ਚੀਜ਼ਾਂ ਹੀ ਨੇ, ਡਾਇਰੈਕਟ ਡੈਮੋਕ੍ਰੇਸੀ ਵੀ ਹੈ, ਡਾਇਰੈਕਟ ਇਲੈਕਸ਼ਨ ਵੀ ਨੇ, ਇਨਡਾਇਰੈਕਟ ਡੈਮੋਕ੍ਰੇਸੀ ਵੀ ਹੈ, ਇਨਡਾਇਰੈਕਟ ਇਲੈਕਸ਼ਨ ਵੀ ਨੇ। ਕਿਵੇਂ ਨੇ ਆਪਾਂ ਡਿਸਕਸ਼ਨ ਕਰਾਂਗੇ, ਤੁਹਾਨੂੰ ਕਨਫਿਊਜ਼ਨ ਨਾ ਹੋ ਜਾਵੇ, ਇਸ ਕਰਕੇ ਮੈਂ ਜ਼ਿਆਦਾ ਇਹਦੇ 'ਚ ਤੁਹਾਨੂੰ ਉਲਝਾਉਣਾ ਨਹੀਂ ਚਾਹੁੰਦਾ। ਅੱਛਾ, ਇਹਦੇ ਨਾਲ ਤੁਹਾਨੂੰ ਮੈਂ ਇੱਕ ਹੋਰ ਬੈਸਟ ਐਗਜ਼ਾਮਪਲ ਦਿੰਦਾ, ਹੁਣੇ ਆਪਾਂ ਡਿਸਕਸ਼ਨ ਕਰਦੇ ਹਾਂ। ਦੇਖੋ ਧਿਆਨ ਨਾਲ ਦੇਖਣਾ ਤੁਹਾਨੂੰ ਇਸ ਚੀਜ਼ ਨੂੰ। ਭਗਵੰਤ ਮਾਨ ਇਸ ਟਾਈਮ ਕੀ ਆ? ਭਗਵੰਤ ਮਾਨ ਇਸ ਟਾਈਮ ਕੀ ਆ? ਭਗਵੰਤ ਮਾਨ ਇਸ ਟਾਈਮ ਤੁਹਾਡੇ ਪੰਜਾਬ ਦਾ ਚੀਫ ਮਿਨਿਸਟਰ ਆਫ ਪੰਜਾਬ। ਕੀ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਉਹ ਇੱਕ MLA ਹੈ ਜਾਂ ਨਹੀਂ ਹੈ? ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਇੱਕ MLA ਹੈ ਜਾਂ ਨਹੀਂ ਹੈ? ਓਬਵੀਅਸ ਜੀ ਗੱਲ ਆ ਕਿ ਅਗਰ ਉਹ ਧੂਰੀ ਤੋਂ MLA ਜਿੱਤਿਆ ਤਾਂ ਹੀ ਉਹ CM ਬਣਿਆ। ਹੁਣ ਅਗਲਾ ਸਵਾਲ ਇਹ ਆ ਕਿ MLA ਬਣਨ ਤੋਂ ਪਹਿਲਾਂ ਉਹ ਕੀ ਸੀਗਾ? MLA ਬਣਨ ਤੋਂ ਪਹਿਲਾਂ ਉਹ ਕੀ ਸੀਗਾ? MLA ਬਣਨ ਤੋਂ ਪਹਿਲਾਂ ਉਹ ਸੀਗਾ MP, ਮੈਂਬਰ ਆਫ ਪਾਰਲੀਮੈਂਟ ਆਫ ਲੋਕ ਸਭਾ, MP ਸੀਗਾ ਉਹ। ਹੁਣ ਅਗਲੀ ਚੀਜ਼ ਧਿਆਨ ਨਾਲ ਦੇਖੋ, ਜਦੋਂ ਉਹਨੇ MLA ਦੇ ਇਲੈਕਸ਼ਨ ਲੜੇ ਤੇ MLA ਦੇ ਵਿੱਚੋਂ ਵਿਨਰ ਹੋਇਆ, MLA ਦੇ ਵਿੱਚੋਂ ਜਿੱਤ ਗਿਆ, ਐਜ਼ MLA ਉਹ ਜਿੱਤ ਗਿਆ, ਜਦੋਂ ਉਹ CM ਬਣ ਗਿਆ ਤਾਂ ਓਬਵੀਅਸ ਜੀ ਗੱਲ ਆ ਕਿ ਸਾਡੇ ਸੰਗਰੂਰ ਹਲਕੇ ਦਾ ਉਹ MP ਸੀਗਾ, ਉਹਨੂੰ MPਸ਼ਿਪ ਤੋਂ ਰਿਜ਼ਾਈਨ ਦੇਣਾ ਪਿਆ, ਐਜ਼ MP ਉਹਨੂੰ ਰਿਜ਼ਾਈਨ ਦੇਣਾ ਪਿਆ, ਤਾਂ ਹੀ ਉਹ MLA ਬਣੂਗਾ, ਤਾਂ ਹੀ ਉਹ CM ਬਣੂਗਾ। ਇੱਕ ਟਾਈਮ, ਹੁਣ ਇੱਥੇ ਕੀ ਸਮਝ ਆ ਰਹੀ ਹੈ ਤੁਹਾਨੂੰ ਕਿ ਇੱਕ ਟਾਈਮ ਤੇ ਬੰਦਾ ਦੋ ਪੋਸਟਾਂ ਨਹੀਂ ਸਾਂਭ ਸਕਦਾ, ਇੱਕ ਟਾਈਮ ਤੇ ਬੰਦਾ ਦੋ ਪੋਸਟਾਂ ਨਹੀਂ ਸਾਂਭ ਸਕਦਾ। ਤਾਂ ਫਿਰ ਹੁਣ ਕੀ ਆ, MP ਤੋਂ ਉਹਨੇ ਦੇਤਾ ਰਿਜ਼ਾਈਨ, ਤਾਂ ਮਤਲਬ ਕਿ ਜਿਹੜੀ ਸੰਗਰੂਰ ਹਲਕੇ ਦੀ ਇਲੈਕਸ਼ਨ, ਜਿਹੜੇ ਸੰਗਰੂਰ ਹਲਕੇ ਦੀ ਸੀਟ ਸੀਗੀ ਉਹ ਖਾਲੀ ਹੋ ਗਈ, ਜਿਹੜੀ ਸੰਗਰੂਰ ਹਲਕੇ ਦੀ ਸੀਟ ਸੀ ਉਹ ਖਾਲੀ ਹੋ ਗਈ। ਤੁਹਾਡੇ ਚੋਂ ਬਹੁਤ ਨੇ ਵੋਟਾਂ ਵੀ ਪਾਈਆਂ ਹੋਣਗੀਆਂ, ਤਾਂ ਫਿਰ ਵੋਟਾਂ ਦੇ ਵਿੱਚ ਕੌਣ ਖੜੇ ਸੀਗੇ? ਆਮ ਆਦਮੀ ਪਾਰਟੀ ਤੋਂ ਖੜਿਆ ਸੀਗਾ ਇੱਕ, ਤੇ ਇੱਕ ਕਾਂਗਰਸ ਤੋਂ ਖੜਿਆ ਸੀਗਾ, ਅਕਾਲੀ ਦਲ ਤੋਂ ਮੇਰੇ ਧਿਆਨ 'ਚ ਨਹੀਂ ਕੌਣ ਖੜਿਆ ਸੀਗਾ, ਤੇ ਇੱਕ ਇੰਡੀਪੈਂਡੈਂਟ ਖੜਿਆ ਸੀਗੇ ਆਪਣੇ ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਤੋਂ ਗੋਲਡੀ ਨੂੰ ਹੀ ਖੜਾਇਆ ਗਿਆ ਸੀਗਾ, ਤੇ ਆਮ ਆਦਮੀ ਪਾਰਟੀ ਤੋਂ ਉਹ ਖੜਿਆ ਸੀਗਾ ਆਪਣੇ ਮੇਰੇ ਨਾਮ ਧਿਆਨ 'ਚ ਨਹੀਂ ਆ ਰਿਹਾ ਹੈਗਾ, ਤੁਸੀਂ ਫਟਾਫਟ ਗੈਸ ਕਰਕੇ ਦੱਸੋ, ਆਪਣੇ ਘਰਾਚੋ, ਗੁਰਮੇਲ ਸਿੰਘ ਘਰਾਚੋ। ਆਮ ਆਦਮੀ ਪਾਰਟੀ ਤੋਂ ਕੌਣ ਖੜਿਆ ਸੀਗਾ? ਗੁਰਮੇਲ ਸਿੰਘ ਘਰਾਚੋਂ ਖੜਿਆ ਸੀਗਾ, ਠੀਕ ਹੈ। ਤਾਂ ਇੱਥੇ ਕੌਣ ਜਿੱਤਿਆ? ਇਹ ਵਾਲੇ ਇਲੈਕਸ਼ਨ ਜਿਹੜੇ ਸੀਗੇ, ਜਿਮਨੀ ਚੋਣਾਂ ਜਿਹੜੀਆਂ ਹੋਈਆਂ ਸੀਗੀਆਂ, ਇਹਦੇ ਵਿੱਚ ਕਿਉਂਕਿ MP ਦੀ ਸੀਟ ਖਾਲੀ ਹੋ ਗਈ ਸੀਗੀ, ਤਾਂ ਇੱਥੇ ਤਿੰਨ ਬੰਦੇ ਦੁਬਾਰਾ ਤੋਂ ਵੋਟਾਂ ਦੇ ਵਿੱਚ ਖੜਾਏ ਗਏ। ਨੋ ਡਾਊਟ ਜ਼ਿਆਦਾ ਹੋਣਗੇ, ਤਿੰਨ ਬੰਦਿਆਂ ਦੇ ਵਿੱਚ ਕੰਪੀਟੀਸ਼ਨ ਹੋਇਆ, ਉਹਦੇ ਵਿੱਚੋਂ
आम आदमी पार्टी तो गुरमेल सिंह घराचों सीगा, कांग्रेस तो गोल्डी सीगा ते सिमरनजीत सिंह इंडिपेंडेंट खड़िया सीगा। अमृतसर अकाली दल अमृतसर तो सीगा ਜਿਹੜਾ ਆਪਣੇ ਸਿਮਰਨਜੀਤ ਸਿੰਘ ਮਾਨ ਆ ਮੈਂ ਵੀ ਅੰਮ੍ਰਿਤਸਰ ਤੋਂ ਸੀਗਾ, ਅਕਾਲੀ ਦਲ ਅੰਮ੍ਰਿਤਸਰ ਉਹਦੀ ਪਾਰਟੀ ਆ, ਉੱਥੋਂ ਤੋਂ ਉਹ ਵੋਟਾਂ ਦੇ ਵਿੱਚ ਖੜਿਆ ਸੀਗਾ। ਠੀਕ ਹੈ, ਤਾਂ ਸਿਮਰਨਜੀਤ ਸਿੰਘ ਮਾਨ ਆ ਜਿਹੜਾ ਉਹ ਜਿੱਤ ਗਿਆ ਸੀਗਾ, ਧਿਆਨ ਚ ਆਇਆ ਨਾ ਸਾਰਾ। ਤਾਂ ਫਿਰ ਕਿਉਂਕਿ ਪਹਿਲਾਂ ਐਮਪੀ ਸੀਗਾ ਭਗਵੰਤ ਮਾਨ, ਉਹ ਕਿੱਥੇ ਦਾ ਐਮਪੀ ਸੀਗਾ, ਉਹ ਲੋਕ ਸਭਾ ਦਾ, ਮਤਲਬ ਜਿੱਤ ਕੇ ਉਹ ਕਿੱਥੇ ਜਾਊਗਾ, ਪਾਰਲੀਮੈਂਟ ਦੇ ਵਿੱਚ ਜਾਊਗਾ। ਇੱਥੇ ਕੀ ਆ, ਆਪਾਂ ਨੇ ਇੱਕ ਇੱਥੇ ਲੈਜਿਸਲੇਟਿਵ ਅਸੈਂਬਲੀ ਬਣਾਈ ਸੀਗੀ। सीएम भगवंत मान ਜਿਹੜਾ ਤੁਹਾਡਾ ਉਹ ਜਿੱਤ ਕੇ ਕਿੱਥੇ ਗਿਆ, ਸਟੇਟ ਦੀ ਅਸੈਂਬਲੀ ਚ ਗਿਆ, ਸਟੇਟ ਦੀ ਅਸੈਂਬਲੀ ਚ ਗਿਆ। ਸਿਮਰਨਜੀਤ ਸਿੰਘ ਮਾਨ ਜਿੱਤ ਕੇ ਕਿੱਥੇ ਗਿਆ, ਪੂਰੇ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਗਿਆ। ਸਮਝ ਆ ਗਿਆ ਡਿਫਰੈਂਸ ਕੀ ਆ, ਸਿਸਟਮ ਸੇਮ ਆ, ਇਹਨੂੰ ਵੀ ਲੋਕਾਂ ਨੇ ਜਿਤਾਇਆ, ਇਹਨੂੰ ਵੀ ਲੋਕਾਂ ਨੇ ਜਿਤਾਇਆ। ਇਹ ਸਟੇਟ ਲੈਵਲ ਤੇ ਆ, ਇਹ ਨੈਸ਼ਨਲ ਲੈਵਲ ਤੇ ਆ। ਇੱਥੇ ਐਮਪੀ ਬਣਨਗੇ, ਇੱਥੇ ਸੀਐਮ ਬਣਨਗੇ, ਇੱਥੇ ਐਮਐਲਏ ਬਣਨਗੇ। ਇੱਥੇ ਜਿੱਤਾ ਕੇ ਅਗਰ ਜਿਹੜੀ ਪਾਰਟੀ ਜਿੱਤੂਗੀ ਉਸ ਪਾਰਟੀ ਦਾ ਪ੍ਰਾਈਮ ਮਿਨਿਸਟਰ ਬਣੂਗਾ, ਪੀਐਮ ਬਣੂਗਾ, ਪ੍ਰਧਾਨ ਮੰਤਰੀ ਬਣੂਗਾ। ਇੱਥੇ ਜਿਹੜੀ ਪਾਰਟੀ ਜਿੱਤੂਗੀ ਉਹਦਾ ਸੀਐਮ ਬਣੂਗਾ, ਚੀਫ ਮਿਨਿਸਟਰ, ਮੁੱਖ ਮੰਤਰੀ ਬਣੂਗਾ। ਨੇਸ਼ਨ ਸਟੇਟ, ਸਮਝ ਆ ਗਿਆ ਡਿਫਰੈਂਸ ਕੀ ਆ। ਤਾਂ ਕੀ ਆਪਾਂ ਕਹਿ ਸਕਦੇ ਹਾਂ, ਜਿਹੜਾ ਮੈਨੂੰ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਸਟੇਟ ਗਵਰਨਮੈਂਟ ਔਰ पार्लीमेंटरी गवर्नमेंट दोनों एक ही गल आ भाई, बस पोस्ट का फर्क है, प्रोसैस सेम हो। ठीक है, हुण अगली चीज तुहानूं इत्थे देखिया होगा आ राज्य सभा कि सर इहदे उपर तां तुसीं डिस्कशन ही नहीं कर रहे कि राज्य सभा की है। हुण आपां ने गल जिहड़ी करनी है वो करनी है राज्य सभा दी। जदों गाइस आपां राज्य सभा की गल करते हैं तां राज्य सभा दे विच जिहड़े MP चूज हुंदे ने वो डायरैक्ट चूज नहीं हुंदे हैगे। देखो हुण शायद तुसी ये चीज़ क्लीयर हो जाए जी मैं पहला स्टार्टिंग के तुहानूं दसी है, पहला मिनट के तुहानूं दसी आ कि एक डायरैक्ट इलैक्शन हुंदे ने, एक इनडायरैक्ट इलैक्शन हुंदे ने। एक डायरैक्ट डेमोक्रेसी हुंदी है, एक इनडायरैक्ट डेमोक्रेसी हुंदी है। अगर आप सिंपल जी गल देखो, डेमोक्रेसी दे विच आपां ने फैसले लेने हुंदे ने, इलैक्शन दे विच आपां ने वोटां पाउणियां हुंदियां ने। सिंपल, ठीक आ। तुसीं फैसले खुद लैंदे हो या तुहाडा चुनिया होया लीडर लैंदा है, ਤੁਹਾਡਾ ਚੁਣਿਆ ਹੋਇਆ ਲੀਡਰ ਲੈਂਦਾ ਨਾ ਫੈਸਲਾ, ਤਾਂ ਉਹ ਚੀਜ਼ ਹੋ ਗਈ ਇਨਡਾਇਰੈਕਟ ਡੈਮੋਕ੍ਰੇਸੀ। ਵੋਟਾਂ ਤੁਸੀਂ ਖੁਦ ਪਾਉਣੇ ਹੋ ਜਾਂ ਤੁਹਾਡਾ ਚੁਣਿਆ ਹੋਇਆ ਲੀਡਰ ਪਾਉਂਦਾ ਹੈ। ਅਗਰ ਤਾਂ ਤੁਸੀਂ ਖੁਦ ਪਾਉਣੇ ਹੋ ਤਾਂ ਡਾਇਰੈਕਟ ਇਲੈਕਸ਼ਨ ਨੇ, ਡਾਇਰੈਕਟ ਵੋਟਾਂ ਨੇ। ਅਗਰ ਵੋਟਾਂ ਤੁਹਾਡਾ ਚੁਣਿਆ ਹੋਇਆ ਲੀਡਰ ਪਾਉਂਦਾ ਹੈ ਤਾਂ ਉਹ ਹੁੰਦੀਆਂ ਨੇ ਇਨਡਾਇਰੈਕਟ ਇਲੈਕਸ਼ਨ, ਇਨਡਾਇਰੈਕਟ ਵੋਟ। ਅੰਡਰਸਟੈਂਡ। ਹੁਣ ਆਪਾਂ ਨੇ ਗੱਲ ਕਰਨੀ ਆ ਰਾਜ ਸਭਾ ਦੀ। ਅਸਲ ਦੇ ਵਿੱਚ ਕੀ ਆ, राज्य सभा ਦੇ ਵਿੱਚ ਗਾਇਸ ਜਿਹੜੇ ਟੋਟਲ ਆਪਣੇ ਇਸ ਟਾਈਮ 8 ਪ੍ਰੈਜ਼ੈਂਟ ਮੈਂਬਰ ਨੇ ਉਹ ਹੈਗੇ ਨੇ 245, ਮੈਕਸਿਮਮ ਹੋ ਸਕਦੇ ਨੇ 250। ਇਸ ਟਾਈਮ ਜਿਹੜੇ ਮੈਂਬਰ ਨੇ ਉਹ ਹੈਗੇ ਨੇ 245 ਤੇ 245 ਮੈਂਬਰ ਵੀ ਅੱਗੇ ਡਿਵਾਈਡ ਕੀਤੇ ਹੋਏ ਨੇ ਦੋ ਭਾਗਾਂ ਦੇ ਵਿੱਚ, 233 ਪਲੱਸ 12। ਜਿਹੜੇ 12 ਮੈਂਬਰ ਨੇ ਇਹਨਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ, ਇਹਨਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ। ਪਿੱਛੇ ਬਚੇ 233 ਇਹਨਾਂ ਦੀ ਆਪਾਂ ਨੇ ਕਰਨੀ ਆ ਡਿਸਕਸ਼ਨ। ਠੀਕ ਹੈ, ਹੁਣ ਸਵਾਲ ਇਹ ਆ ਕਿ ਕੀ ਤੁਹਾਨੇ ਕਦੇ ਸੁਣਿਆ ਹੈ ਕਿ ਅਸੀਂ ਲੋਕ ਸਭਾ ਦੇ ਜਿਹੜੇ ਵੋਟਾਂ ਨੇ ਉਹਨਾਂ ਦੀਆਂ ਵੋਟਾਂ ਪਾਉਣ ਜਾ ਰਹੇ ਹਾਂ। ਓਬਵੀਅਸ ਹੀ ਗੱਲ ਆ, ਤੁਹਾਨੇ ਸੁਣਿਆ ਵੀ ਹੈ, ਤੁਹਾਨੇ ਲੋਕ ਸਭਾ ਦੀਆਂ ਵੋਟਾਂ ਪਾਈਆਂ ਵੀ ਨੇ। ਤੁਹਾਨੇ ਸੁਣਿਆ ਹੋਊਗਾ ਕਿ ਅਸੀਂ ਐਮਐਲਏ ਦੇ ਇਲੈਕਸ਼ਨ ਲੜ ਰਹੇ, ਐਮਐਲਏ ਦੇ ਇਲੈਕਸ਼ਨ ਚੱਲ ਰਹੇ ਨੇ, ਅਸੀਂ ਐਮਐਲਏ ਨੂੰ ਵੋਟ ਪਾਉਣ ਜਾ ਰਹੇ ਹਾਂ। ਨੋ ਡਾਊਟ ਤੁਹਾਨੇ ਸੁਣਿਆ ਵੀ, ਤੁਹਾਨੇ ਵੋਟ ਪਾਈ ਵੀ ਹੈ। ਤੁਹਾਨੇ ਸੁਣਿਆ ਹੋਊਗਾ ਕਿ ਸਾਡੇ ਪਿੰਡ ਦੇ ਸਰਪੰਚ ਦੇ ਜਿਹੜੇ ਇਲੈਕਸ਼ਨ ਨੇ ਉਹ ਹੋ ਰਹੇ ਨੇ, ਅਸੀਂ ਪਿੰਡ ਦੇ ਸਰਪੰਚ ਨੂੰ ਵੋਟ ਪਾਉਣ ਜਾ ਰਹੇ ਹਾਂ। ਤੁਹਾਨੇ ਸੁਣਿਆ ਹੋਊਗਾ ਕਿ ਐਮਸੀ ਦੇ ਇਲੈਕਸ਼ਨ ਨੇ, ਐਮਸੀ ਦੇ ਅਸੀਂ ਵੋਟ ਪਾਉਣ ਜਾ ਰਹੇ ਹਾਂ। ਪਰ ਕੀ ਤੁਹਾਨੇ ਸੁਣਿਆ ਕਿ ਰਾਜ ਸਭਾ ਦੇ ਇਲੈਕਸ਼ਨ ਹੋ ਰਹੇ ਨੇ, ਅਸੀਂ ਵੋਟ ਪਾਉਣ ਜਾ ਰਹੇ ਹਾਂ। ਰਾਜ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਔਰ ਅਸੀਂ ਇੱਕ ਕਾਮਨ ਪਰਸਨ, ਇੱਕ ਕਾਮਨ ਪੀਪਲ ਵੋਟ ਪਾਉਣ ਜਾ ਰਹੇ ਹਾਂ। ਨਹੀਂ ਸੁਣਿਆ। ਵਜ੍ਹਾ ਕਿਉਂਕਿ ਜਿਹੜੇ ਰਾਜ ਸਭਾ ਦੇ ਇਲੈਕਸ਼ਨ ਹੁੰਦੇ ਨੇ ਉਹ ਗਾਇਸ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ। ਜਿਹੜੇ ਰਾਜ ਸਭਾ ਦੇ ਇਲੈਕਸ਼ਨ ਹੁੰਦੇ ਨੇ ਉਹ ਇਨਡਾਇਰੈਕਟ ਇਲੈਕਸ਼ਨ ਹੁੰਦੇ ਨੇ, ਉਹ ਡਾਇਰੈਕਟ ਨਹੀਂ ਹੁੰਦੇ। ਉਹ ਇਲੈਕਸ਼ਨ ਦੇ ਵਿੱਚ ਵੋਟਾਂ ਕੌਣ ਪਾਉਂਦਾ ਹੈ? ਉਹ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਂਦੇ ਨੇ ਤੁਹਾਡੇ ਦੁਆਰਾ ਚੁਣੇ ਹੋਏ ਐਮਐਲਏ। ਮਤਲਬ ਜਿਹੜੇ ਰਾਜ ਸਭਾ ਨੂੰ ਵੋਟਾਂ ਪੈਂਦੀਆਂ ਨੇ, ਰਾਜ ਸਭਾ ਦੇ ਮੈਂਬਰਸ ਨੂੰ ਵੋਟਾਂ ਪੈਂਦੀਆਂ ਨੇ, ਉਹ ਕੌਣ ਪਾਉਂਦਾ ਹੈ ਵੋਟਾਂ? ਤੁਹਾਡੇ ਚੁਣੇ ਹੋਏ ਐਮਐਲਏ ਵੋਟਾਂ ਪਾਉਂਦੇ ਨੇ।
पूरे इंडिया ਦੇ ਵਿੱਚ ਜਿੰਨੇ ਵੀ ਐਮਐਲਏ ਨੇ, ਆਪਾਂ ਪੰਜਾਬ ਦੀ ਗੱਲ ਕਰ ਲਈਏ 117 ਐਮਐਲਏ, ਆਪਾਂ ਦਿੱਲੀ ਦੀ ਗੱਲ ਕਰ ਲਈਏ 70 ਐਮਐਲਏ, ਆਪਾਂ ਹਰਿਆਣੇ ਦੀ ਗੱਲ ਕਰ ਲਈਏ 90 ਐਮਐਲਏ, ਆਪਾਂ यूपी ਦੀ ਗੱਲ ਕਰ ਲਈਏ ਮੋਰ ਦੈਨ 400 ਐਮਐਲਏ, 404 ਐਮਐਲਏ ਨੇ ਮੇ ਵੀ, ਆਪਾਂ ਰਾਜਸਥਾਨ ਦੀ ਗੱਲ ਕਰ ਲਈਏ 200 ਤੋਂ ਪਲੱਸ ਐਮਐਲਏ ਨੇ। ਪੂਰੇ ਇੰਡੀਆ ਦੇ ਵਿੱਚ ਜਿੰਨੇ ਐਮਐਲਏ ਨੇ ਉਹ ਸਾਰੇ ਵੋਟਾਂ ਪਾਉਂਦੇ ਨੇ ਰਾਜ ਸਭਾ ਦੇ ਮੈਂਬਰਸ ਨੂੰ। ਓਕੇ, ਤੁਹਾਡੇ ਦੁਆਰਾ ਚੁਣਿਆ ਹੋਇਆ ਮੈਂਬਰ ਅੱਗੇ ਵੋਟਾਂ ਪਾ ਰਿਹਾ, ਤੁਹਾਡੇ ਦੁਆਰਾ ਚੁਣਿਆ ਹੋਇਆ ਮੈਂਬਰ ਅੱਗੇ ਵੋਟ ਪਾ ਰਿਹਾ ਹੈ, ਤੁਸੀਂ ਤਾਂ ਨਹੀਂ ਪਾ ਰਹੇ, ਤਾਂ ਇਹ ਹੋ ਗਏ ਇਨਡਾਇਰੈਕਟ ਇਲੈਕਸ਼ਨ। ਆਈ ਥਿੰਕ ਤੁਸੀਂ ਅੰਡਰਸਟੈਂਡ ਕਰ ਗਏ ਹੋ, ठीक है। तो मैं भी वीडियो अपनी थोड़ी ज़्यादा लंबी हो रही है, इसलिए आप बाकी का जिन्ना भी प्रोसैस आ वो अगली वीडियो के विच कवर करांगे। किवें कि लोक सभा के मैंबर्स ने जिहड़े उन्हां दा टर्म किन्नी हुंदी आ, किन्ने साल वास्ते वो चूज होंदे ने, राज्य सभा के मैंबर किन्ने साल वास्ते चूज होंदे ने, या इस तो बाद लोक सभा का स्पीकर की हुंदा है, सीएम दी पावर्स की होंदियां ने, प्रेजिडेंट दी पावर्स की होंदियां ने, गवर्नर दी पावर्स की होंदियां ने, रूल्स किवें बनदे ने। अच्छा, एक चीज़ होर है इहदे विच, विधान सभा के नाल विधान कौंसल होंदी है, एक लैजिसलेटिव असैंबली होंदी है, एक लैजिसलेटिव कौंसल होंदी है। वो की होंदी है, या फिर बाई कैमरल लैजिसलेचर की होंदी है, यूनी कैमरल लैजिसलेचर की होंदी है, ये सारा कुछ आप अगले अपनी लैक्चर के डिस्कस करांगे। गाइज ये वाले लैक्चर जोड़े चल रहे हैं बहुत इंपोर्टेंट चल रहे हैं, इसलिए तुसी कंटिन्यू रहो, तुसी सुनते रहो, ठीक है। आप अगले लैक्चर के सुनते हैं, अगले लैक्चर के देखते हैं, सो बने रहो। थैंक यू।